ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 424 ਤੇ ਆਖਰੀ ਪੰਕਤੀ ਹੈ। ਪੂਰਾ ਸਤਿਗੁਰ ਤਾਂ ਮਿਲੈ ਜਾਂ ਨਦਰ ਕਰੇ। ਨਦਰ ਹੁੰਦੀ ਕਿਰਪਾ ਦ੍ਰਿਸ਼ਟੀ। ਪੂਰਾ ਸਤਿਗੁਰੂ ਵੀ ਤਾਂ ਮਿਲਦਾ ਜੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰੇ। ਉਹ ਕਿਰਪਾ ਕਰਦਾ ਤਾਂ ਸਾਡਾ ਗੁਰੂ ਨਾਲ ਮੇਲ ਹੁੰਦਾ, ਨਹੀਂ ਤਾਂ ਘਰ 'ਚ ਹੀ ਗੁਰੂ ਹੁੰਦਾ। ਗੁਰੂ ਨਾਨਕ ਦੇ ਸਰੀਰ ਤਿਆਗਣ ਲੱਗੇ, ਆਪਣੇ ਪੁੱਤਰਾਂ ਨੂੰ ਕਹਿੰਦੇ ਪਏ ਅਸੀਂ ਸਰੀਰ ਤਿਆਗਣ ਲੱਗੇ ਆ ਜਾਓ। ਉਹ ਆਈ ਨਹੀਂ। ਲੈ ਚੰਗੇ ਭਲੇ ਨੇ ਤੇ ਸਰੀਰ ਤਿਆਗਣਾ, ਕੋਈ ਬਿਮਾਰ ਥੋੜ੍ਹੇ ਨੇ ਵੀ ਸਰੀਰ ਤਿਆਗਣਾ। ਉਹਨਾਂ ਫਿਰ ਦੁਬਾਰਾ ਸੁਨੇਹਾ ਭੇਜਿਆ ਕਿ ਭਾਈ ਅਸੀਂ ਸਰੀਰ ਛੱਡਣ ਲੱਗੇ ਆ ਜਾਓ। ਨਹੀਂ ਆਏ। ਜਦੋਂ ਗੁਰੂ ਮਹਾਰਾਜ ਨੇ ਸਰੀਰ ਤਿਆਗਤਾ ਫਿਰ ਆ ਗਏ। ਫਿਰ ਹੁੰਦੇ ਨੇ ਗੁਰੂ ਮਹਾਰਾਜ ਫਿਰ ਸਾਵਧਾਨ ਹੋ ਗਏ। ਕਹੇ ਰੋਂਦੇ ਕਿਉਂ ਹੋਏ? ਕਹੇ ਜੀ ਤੁਸੀਂ ਜਿਹੜਾ ਹੈ ਗੁਰਗੱਦੀ ਉਹ ਤੇ ਆਪਣੇ ਸੇਵਕ ਨੂੰ ਦਿੱਤੀ ਹੈ, ਅਸੀਂ ਕੀ ਮਗਰੋਂ ਖਾਵਾਂਗੇ। ਉਹ ਕਹਿੰਦੇ ਕਮਲਿਓ ਗੁਰੂ ਘਰ ਦੇ ਕੁੱਤੇ ਨਹੀਂ ਭੁੱਖੇ ਰਹਿੰਦੇ, ਤੁਸੀਂ ਤਾਂ ਗੁਰੂ ਮੇਰੇ ਪੁੱਤਰ ਹੋ, ਤੁਸੀਂ ਕਿਉਂ ਭੁੱਖੇ ਰਹੋਗੇ। ਸੋ ਇਹ ਘਰ 'ਚ ਹੀ ਗੁਰੂ ਹੁੰਦਾ। ਕਹਾਵਤ ਐਵੇਂ ਨਹੀਂ ਬਣੀ। ਘਰ ਦਾ ਜੋਗੀ ਜੋਗੜਾ ਹੁੰਦਾ ਛੋਟਾ ਜਿਹਾ ਜੋਗੀ। ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਕਿਉਂਕਿ ਜਦ ਸੰਤ ਸੀਤਲ ਸਿੰਘ ਥੜੀ ਸਾਲ ਸਰੀਰ ਤਿਆਗਿਆ, ਅਸੀਂ ਉੱਥੇ ਗਏ, ਪਹਿਲਾਂ ਸੰਸਕਾਰ ਕਰਾਉਣ ਗਏ ਤੇ ਉਹ ਤਾਂ ਉੱਦਾਂ ਹੀ ਮੁੜੇ ਭੋਗ ਤੇ ਫਿਰ ਗਏ। ਉੱਥੇ ਭੋਗ ਤੇ ਗਏ, ਉਹ ਇੱਥੇ ਪਟਿਆਲੇ ਤੋਂ ਪਤਾ ਨਹੀਂ 150-200 ਕਾਰਾਂ ਚਲੀਆਂ ਗਈਆਂ। ਉਹ ਪਿੰਡ ਦੇ ਜਿਹੜਾ ਮੁਖੀਆ ਸੀ ਉਹ ਬੋਲਣ ਲੱਗਾ, ਕਹਿੰਦਾ ਦੇਖੋ ਜੀ ਸਾਨੂੰ ਤੇ ਅੱਜ ਪਤਾ ਲੱਗਾ ਸਾਡਾ ਇਹ ਪਿੰਡ ਦਾ ਬੰਦਾ ਸੰਤ ਹੈ। ਉਹ ਤੋਂਜੀ ਨੂੰ ਗਿਆਨੀ ਜੀ ਕਹਿੰਦੇ ਸੀ ਕਿਉਂਕਿ ਅੰਮ੍ਰਿਤਧਾਰੀ ਸਨ। ਅਸੀਂ ਤਾਂ ਇਹਨਾਂ ਤੋਂ ਲਾਭ ਵੀ ਕੋਈ ਨਹੀਂ ਉਠਾ ਸਕਿਆ, ਪਟਿਆਲੇ ਵਾਲੇ ਸਾਰਾ ਲਾਭ ਉਠਾ ਕੇ। ਫਿਰ ਮੈਨੂੰ ਯਾਦ ਆ ਗਿਆ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਨੇੜੇ ਵਾਲੇ ਨੂੰ ਸਮਝ ਨਹੀਂ ਆਉਂਦੀ। ਤਾਂ ਹੀ ਕਹਿੰਦੇ ਨੇ ਘਰ ਦੇ ਜੀਆਂ ਨੂੰ ਇੱਕ ਤੇ ਦੋਸਤਾਂ ਮਿੱਤਰਾਂ ਨੂੰ ਦੋ, ਤੇ ਜਿਸ ਪਿੰਡ 'ਚ ਬੰਦਾ ਪੈਦਾ ਉਸ ਤਿੰਨਾਂ। ਇਹ ਤਿੰਨਾਂ ਨੂੰ ਕੋਈ ਗਿਆਨ ਨਹੀਂ ਹੁੰਦਾ। ਇਹ ਕਿਸੇ ਸੰਤ ਦੀ ਕੋਈ ਕੀਮਤ ਨਹੀਂ ਪਾਉਂਦੇ। ਇਹੀ ਕਾਰਨ ਹੈ ਕਿ ਸੰਤ ਕਦੇ ਵੀ ਆਪਣੇ ਪਿੰਡ 'ਚ ਡੇਰਾ ਨਹੀਂ ਵਸਾਉਂਦਾ। ਉਹ ਹੋਰ ਕਿਤੇ ਜਾ ਕੇ ਡੇਰਾ ਵਸਾਉਂਦਾ ਵੀ ਇਹਨਾਂ ਤੇ ਕਦਰ ਨਹੀਂ ਹੈਗੀ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਵੀ ਗੁਰੂ ਐਵੇਂ ਨਹੀਂ ਮਿਲਦਾ ਜੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਵੇ, ਨਜ਼ਰ ਹੋਵੇ ਉਹਦੇ। ਪੂਰਾ ਸਤਿਗੁਰ ਤਾਂ ਮਿਲੈ ਜਾਂ ਨਜ਼ਰ ਕਰੇਈ। ਜਦੋਂ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ ਤਾਂ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਫਿਰ ਜਦ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਫਿਰ ਨਤੀਜਾ ਕੀ ਨਿਕਲਦਾ? ਕਿਲ ਵਿਖ ਪਾਪ ਸਭ ਕਟੀਆਂ, ਫਿਰ ਦੁੱਖ ਬਿਗੜ ਨਾ ਹੋਏ। ਸਾਰੇ ਪਾਪ, ਸਾਰੇ ਅੰਦਰ ਜਿੰਨੇ ਵਿਕਾਰ ਬੁਰਾਈਆਂ ਹਨ ਸਭ ਖਤਮ ਹੋ ਜਾਂਦੇ। ਫਿਰ ਦੁਬਾਰਾ ਦੁੱਖ ਤੇ ਵਿਘਨ ਲੱਗਦੇ ਹੀ ਕੋਈ ਨਹੀਂ ਹੈਗੇ, ਕਿਉਂਕਿ ਦੁੱਖ ਤੇ ਬੁਰਾਈਆਂ ਕਾਰਨ ਹੈ। ਜਦੋਂ ਬੁਰਾਈਆਂ ਖਤਮ ਹੋ ਗਈਆਂ ਦੁੱਖ ਆਪਣਾ ਆਪ ਹੀ ਖਤਮ ਹੋ ਗਿਆ ਹੈ। ਕਿਉਂ ਹੋ ਜਾਂਦਾ ਹੈ? ਕਿਉਂਕਿ ਗੁਰੂ ਸਾਨੂੰ ਨਾਮ ਦੀ ਦਾਤ ਦਿੰਦਾ ਹੈ। ਫਿਰ ਮਨੁੱਖ ਨਾਮ ਜਪਦਾ ਹੈ। ਨਾਮ ਜਪ ਕੇ ਜਿੰਨੇ ਵੀ ਨੇ ਪਿਛਲੇ ਜਨਮ 'ਚ ਪਾਪ ਕਰਮ ਕੀਤੇ ਹੁੰਦੇ ਸਨ ਉਹ ਸਮਾਂ ਪਾ ਕੇ ਕੱਟ ਜਾਂਦੇ ਹਨ। ਫਿਰ ਲਾਈਨ ਕਲੀਅਰ ਹੋ ਜਾਂਦੀ ਹੈ। ਨਹੀਂ ਤਾਂ ਜਿਹੜੇ ਸਾਡੇ ਪਿਛਲੇ ਜਨਮਾਂ ਦੇ ਕਰਮ ਨੇ ਉਹ ਸਾਨੂੰ ਪ੍ਰਾਪਤੀ ਨਹੀਂ ਕਰਨ ਦਿੰਦੇ। ਉਹ ਸਾਡੀ ਆਤਮਿਕ ਅਵਸਥਾ ਉੱਚੀ ਨਹੀਂ ਹੋਣ ਦਿੰਦੇ। ਲੱਗਾ ਰਹਿੰਦਾ ਬੰਦਾ, ਆਤਮਿਕ ਅਵਸਥਾ ਉੱਚੀ ਨਹੀਂ ਹੁੰਦੀ ਹੈ। ਕਿਉਂ? ਵਿਘਨ ਪਾਉਂਦੇ ਨੇ। ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਏ। ਪਰਮਾਤਮਾ ਦੇ ਹੱਥ 'ਚ ਹੀ ਸਾਰੀਆਂ ਵਡਿਆਈਆਂ ਨੇ। ਉਹਨੇ ਜਿਹਨੂੰ ਵਡਿਆਈ ਦੇਣੀ ਹੈ ਕੀ ਕਰਦਾ? ਦੇ ਨਾਮੇ ਲਾਏ, ਆਪਣੇ ਨਾਮ ਨਾਲ ਜੋੜ ਦਿੰਦਾ। ਜਦੋਂ ਮਨੁੱਖ ਨਾਮ ਜਪਦਾ ਹੈ
ਫਿਰ ਉਹਨੂੰ ਪਰਮਾਤਮਾ ਦੇ ਦਰ ਤੋਂ ਵਡਿਆਈ ਮਿਲਦੀ ਹੈ। ਸੰਸਾਰ ਵੀ ਨਾਮ ਜਪਣ ਵਾਲੇ ਦੀ ਵਡਿਆਈ ਕਰਦਾ ਤੇ ਪਰਮਾਤਮਾ ਦੇ ਦਰ ਤੋਂ ਵਡਿਆਈ ਮਿਲਦੀ ਹੈ, ਕਿਉਂਕਿ ਵਡਿਆਈ ਤਾਂ ਨਾਮ ਨੇ ਦਿਲਾਣੀ ਹੈ। ਵਡਿਆਈ ਤਾਂ ਨਾਮ ਨੇ ਦਿਲਾਣੀ ਹੈ। ਨਾਮ ਜਪ ਜਪ ਕੇ ਹੀ ਗੱਲ ਬਣਨੀ ਹੈ। ਨਾਨਕ ਨਾਮ ਨਿਧਾਨ ਮਨ ਵਸਿਆ, ਵਡਿਆਈ ਪਾਏ। ਵਡਿਆਈ ਕਿਵੇਂ ਮਿਲਦੀ ਹੈ? ਨਾਮ ਦਾ ਖਜ਼ਾਨਾ ਜਦੋਂ ਮਨ 'ਚ ਵਸ ਜਾਂਦਾ ਹੈ, ਬੰਦਾ ਜਦੋਂ ਨਾਮ ਜਪਦਾ ਰਹਿੰਦਾ ਹੈ, ਜਪਦਾ ਰਹਿੰਦਾ ਹੈ, ਜਪਦਾ ਰਹਿੰਦਾ, ਉਹ ਜਮ੍ਹਾਂ ਹੁੰਦਾ ਰਹਿੰਦਾ, ਹੁੰਦਾ ਰਹਿੰਦਾ, ਫਿਰ ਉਹ ਇੱਕ ਦਿਨ ਧਨ ਹੋ ਜਾਂਦਾ, ਖਜ਼ਾਨਾ ਹੋ ਜਾਂਦਾ। ਜਦੋਂ ਨਾਮ ਨਿਧਾਨ, ਨਾਮ ਧਨ, ਨਾਮ ਦਾ ਖਜ਼ਾਨਾ, ਨਿਧਾਨ ਖਜ਼ਾਨੇ ਨੂੰ ਕਹਿੰਦੇ ਨੇ। ਜਦੋਂ ਨਾਮ ਦਾ ਖਜ਼ਾਨਾ ਮਨ 'ਚ ਵਸ ਜਾਂਦਾ ਹੈ, ਵਡਿਆਈ ਪਾਏ, ਫਿਰ ਮਨੁੱਖ ਨੂੰ ਵਡਿਆਈ ਮਿਲਦੀ ਹੈ, ਕਿਉਂਕਿ ਨਾਮ ਨੇ ਤੁਹਾਡੀ ਵਡਿਆਈ ਕਰਾਉਣੀ ਹੀ ਕਰਾਉਣੀ ਹੈ। ਆਸਾ ਮਹਿਲਾ ਤੀਜਾ। ਜਿਹਦੀ ਵਡਿਆਈ ਹੋ ਰਹਿੰਦੀ, ਜਿਹੜੇ ਉਹਦੇ ਨਾਂ ਰਹਿੰਦੇ ਉਹਨਾਂ ਦੀ ਵੀ ਹੋਣ ਲੱਗ ਜਾਂਦੀ ਹੈ। ਸੰਤਾਂ ਦੇ ਜਿੰਨੇ ਚੇਲੇ ਬਲ ਕੇ ਨੇ, ਜਿਹੜੇ ਮਹਾਂਪੁਰਖਾਂ ਦੇ ਨਾਲ ਆਉਂਦੇ ਨੇ, ਕੋਈ ਢੋਲਕੀ ਵਜਾ ਰਿਹਾ, ਕੋਈ ਛਾਨੇ ਵਜਾ ਰਿਹਾ, ਕੋਈ ਕਰ ਰਿਹਾ, ਉਹਨਾਂ ਦਾ ਵੀ ਸਤਿਕਾਰ ਹੁੰਦਾ ਉਸੇ ਤਰ੍ਹਾਂ ਹੀ। ਉਹਨਾਂ ਦਾ ਸਤਿਕਾਰ ਹੁੰਦਾ ਕਿਉਂਕਿ ਵੱਡਿਆਂ ਦੇ ਨਾਲ ਜੁੜੇ ਹੋਏ ਹਨ। ਸੋ ਜੁੜਨਾ ਤਾਂ ਫਿਰ ਵੱਡੇ ਨਾਲ ਜੁੜਨਾ ਹੈ। ਆਸਾ ਮਹਿਲਾ ਤੀਜਾ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਸੁਣ ਮਨ ਮਨ ਵਸਾਏ ਤੂੰ। ਇਹ ਮਨ ਨਹੀਂ ਪੜ੍ਹਨਾ, ਇਸ ਨੂੰ ਮਨ ਬਿਨਾਂ ਟਿੱਪੀ ਤੋਂ ਪੜ੍ਹਨਾ। ਸੁਣ ਮਨ ਮਨ ਵਸਾਏ ਤੂੰ, ਆਪੇ ਆਏ ਮਿਲੈ ਮੇਰੇ ਭਾਈ। ਹੇ ਮੇਰੇ ਮਨ, ਤੂੰ ਨਾਮ ਨੂੰ ਹਿਰਦੇ 'ਚ ਵਸਾ ਲੈ, ਫਿਰ ਆਪੇ ਹੀ ਪਰਮਾਤਮਾ ਆ ਕੇ ਤੈਨੂੰ ਮਿਲ ਪਏਗਾ। ਅਸਤੇ ਨਾਮ ਜਪੀ ਜਾਣੇ, ਬਸ ਆਪੇ ਪਰਮਾਤਮਾ ਨੇ ਮਿਲਣ ਆ ਜਾਣਾ, ਕਿਉਂਕਿ ਉਹਨੂੰ ਨਾਮ ਜਪਣ ਵਾਲਾ ਸਭ ਤੋਂ ਵੱਧ ਪਿਆਰਾ ਲੱਗਦਾ। ਪਰਮਾਤਮਾ ਨੂੰ ਕਹਿੰਦੇ ਭਗਤ ਵਛਲ। ਵਛਲ ਹੁੰਦਾ ਪਿਆਰ ਕਰਨ ਵਾਲਾ। ਪਰਮਾਤਮਾ ਭਗਤੀ ਨੂੰ ਪਿਆਰ ਕਰਦਾ ਹੈ, ਇਸ ਲਈ ਜਿਹੜਾ ਬੰਦਾ ਭਗਤੀ ਕਰਦਾ, ਰੱਬ ਉਸ ਨੂੰ ਪਿਆਰ ਕਰਦਾ ਹੈ। ਸਾਡਾ ਕੰਮ ਹੈ ਬਸ ਵਾਹਿਗੁਰੂ 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 ਕਰੀ ਜਾਣਾ। ਜਦੋਂ ਪਰਮਾਤਮਾ ਠੀਕ ਸਮਝੇਗਾ, ਆਪੇ ਆ ਕੇ ਸਾਨੂੰ ਮਿਲ ਪਏਗਾ। ਆਣ ਦਿਨ ਸੱਚੀ ਭਗਤ ਕਰ, ਸੱਚੇ ਚਿਤ ਲਾਈ। ਆਣ ਦਿਨ ਹੁੰਦਾ ਦਿਨ ਰਾਤ। ਸੱਚੀ ਭਗਤ ਨੇ ਪਰਮਾਤਮਾ ਦੀ ਭਗਤੀ। ਦਿਨ ਰਾਤ ਪਰਮਾਤਮਾ ਦੀ ਭਗਤੀ ਕਰੋ, ਸੱਚੇ ਚਿਤ ਲਾਈ। ਸੱਚੇ ਦਾ ਪਰਮਾਤਮਾ ਦੇ ਨਾਲ ਚਿਤ ਜੋੜ ਕੇ ਰੱਖੋ। ਉਹੀ ਨਹੀਂ ਕਹਿਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧਿਆਨ ਕਿਤੇ ਹੋ ਰਿਹਾ, ਫਿਰ ਪ੍ਰਾਪਤੀ ਨਹੀਂ ਹੁੰਦੀ। ਪ੍ਰਾਪਤੀ ਤਾਂ ਹੋਏਗੀ ਤੁਸੀਂ ਵਾਹਿਗੁਰੂ ਵਾਹਿਗੁਰੂ, ਧਿਆਨ ਤੁਹਾਡਾ ਵਾਹਿਗੁਰੂ ਦੇ ਵਿੱਚ ਹੀ ਹੋਵੇ। ਇਹ ਜਿਹੜੀ ਆਵਾਜ਼ ਵਾਹਿਗੁਰੂ ਵਾਹਿਗੁਰੂ ਨਿਕਲ ਰਹੀ ਹੈ, ਇਹ ਵਾਵਾ ਹਾਹਾ ਗੱਗਾ ਰਾਰਾ ਦੇ ਵਿੱਚ ਧਿਆਨ ਹੋਵੇ, ਤੇ ਜਿਹੜੀ ਧੁਨ ਹੈ ਉਹਨੂੰ ਸੁਣਨਾ ਹੈ। ਵਾਹਿਗੁਰੂ ਆਪਾਂ ਬੋਲੇ ਕਿ ਨਹੀਂ, ਇਹਨੂੰ ਕੰਨਾਂ ਨਾਲ ਸੁਣਨਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਇਹ ਧੁਨ ਹੈ। ਵਾਹਿਗੁਰੂ ਆਪਾਂ ਕਿ ਆਵਾਜ਼ ਨਿਕਲੀ ਨਾ ਇੱਕ, ਇਹਨੂੰ ਜਿਹਦੇ 'ਚ ਧਿਆਨ ਜੋੜਨਾ। ਗੱਲ ਮਹਾਨਤਾ ਜ਼ਿੰਦਗੀ ਸਾਰੀ ਧਿਆਨ ਦੀ ਹੈ। ਧਿਆਨ ਨਾਲ ਤੁਰਨਾ, ਧਿਆਨ ਨਾਲ ਵੇਖਣਾ, ਧਿਆਨ ਨਾਲ ਗੱਡੀ ਚਲਾਉਣਾ, ਧਿਆਨ ਨਾਲ ਬੋਲਣਾ, ਧਿਆਨ ਨਾਲ ਪਾਠ ਕਰਨਾ, ਧਿਆਨ ਨਾਲ ਸਿਮਰਨ ਕਰਨਾ। ਤੁਸੀਂ ਜੋ ਕਹਿ ਰਹੇ ਹੋ ਉਹ ਕੰਨਾਂ ਨਾਲ ਸੁਣੋ, ਇਹਨੂੰ ਧਿਆਨ ਕਹਿੰਦੇ। ਜਦੋਂ ਆਪਣਾ ਧਿਆਨ ਕਿਤੇ ਹੋਰ ਚਲੇ ਜਾਏਗਾ, ਆਪਾਂ ਨੂੰ ਪਤਾ ਲੱਗਾ ਕੀ ਹੋ ਰਿਹਾ। ਮੰਨ ਲਓ ਮੈਂ ਕਥਾ ਕਰ ਰਿਹਾ, ਤੁਸੀਂ ਸੁਣ ਰਹੇ ਹੋ, ਤੁਹਾਡਾ ਅਚਾਨਕ ਧਿਆਨ ਹੈ ਬਾਜ਼ਾਰ 'ਚ ਚਲਿਆ ਗਿਆ। ਜਿੰਨਾ ਸਮਾਂ ਬਾਜ਼ਾਰ 'ਚ ਰਹੋਗੇ ਮੈਂ ਕੀ ਬੋਲ ਰਿਹਾ ਤੁਹਾਨੂੰ ਨਹੀਂ ਸੁਣੇਗਾ, ਹਾਲਾਂਕਿ ਇਸੇ ਬੈਠੇ ਹੋਗੇ ਨਹੀਂ ਸੁਣੇਗਾ, ਕਿਉਂਕਿ ਸੁਣਨਾ ਤੁਹਾਡੇ ਕੰਨਾਂ ਨੇ ਨਹੀਂ, ਕੰਨ ਤੇ ਸਾਧਨ ਨੇ। ਕੰਨ ਨਹੀਂ ਸੁਣਦੇ ਹੁੰਦੇ, ਕੰਨਾਂ ਰਾਹੀਂ ਅੰਦਰ ਮਨ ਸੁਣਦਾ ਹੈ। ਕੰਨ ਨਹੀਂ ਸੁਣਦੇ ਹੁੰਦੇ, ਅੱਖਾਂ ਨਹੀਂ ਵੇਖਦੀਆਂ, ਅੱਖਾਂ ਰਾਹੀਂ ਮਨ ਵੇਖਦਾ ਹੈ। ਮੰਨ ਲਓ ਧਿਆਨ ਕਿਤੇ, ਮਨ ਕਿਤੇ ਹੋਰ ਗਿਆ ਹੈ, ਤੁਸੀਂ ਤੁਰੇ ਜਾ ਰਹੇ ਹੋ, ਠੇਡਾ ਵਜੇ ਕਹਿੰਦਾ ਅੰਨੇ ਦਿਸਦਾ ਨਹੀਂ,
ਹਾਲਾਂਕਿ ਅੰਨਾ ਤਾਂ ਨਹੀਂ ਹੈ, ਅੱਖਾਂ ਵੀ ਖੁੱਲੀਆਂ ਨੇ, ਤੁਰਿਆ ਵੀ ਜਾ ਰਿਹਾ, ਬੰਦ ਅੱਖਾਂ ਕਰਕੇ ਨਹੀਂ ਜਾ ਰਿਹਾ, ਖੋਲ ਕੇ ਜਾ ਰਿਹਾ। ਪਰ ਜਿਸ ਨੇ ਵੇਖਣਾ ਸੀ ਉਹ ਗੈਰ ਹਾਜ਼ਰ ਹੈ, ਉਹਦੇ ਕਿਤੇ ਗੇੜੇ ਹੋਰ ਥਾਂ ਲਾ ਰਿਹਾ, ਇਸ ਲਈ ਅੱਖਾਂ ਕੋਈ ਕੰਮ ਨਹੀਂ ਕਰਦੀਆਂ। ਕੰਨ ਸਿਰਫ ਸਾਧਨ ਨੇ, ਕੰਨ ਸੁਣਦੇ ਨਹੀਂ, ਕੰਨ ਸਾਧਨ ਨੇ ਜਿਨ੍ਹਾਂ ਰਾਹੀਂ ਸੁਣਿਆ ਜਾਂਦਾ ਹੈ। ਅੱਖਾਂ ਨਹੀਂ ਵੇਖਦੀਆਂ, ਅੱਖਾਂ ਸਾਧਨ ਨੇ ਜਿਨ੍ਹਾਂ ਰਾਹੀਂ ਵੇਖਿਆ ਜਾਂਦਾ ਹੈ। ਸੋ ਇਸ ਕਰਕੇ ਹੁਣ ਦਿਨ ਸੱਚੀ ਭਗਤ ਕਰ, ਸੱਚਾ ਚਿਤ ਲਾਈ। ਕਿ ਦਿਨ ਰਾਤ ਭਗਤੀ ਕਰੀ ਜਾ, ਪ੍ਰਭਾਤ ਨਾਮ ਜੋੜ ਕੇ ਰੱਖੋ। ਏਕੋ ਨਾਮ ਧਿਆਏ ਤੂੰ, ਸੁਖ ਪਾਵੇਂ ਮੇਰੇ ਭਾਈ। ਹੈ ਮੇਰੇ ਭਰਾਵਾ, ਤੂੰ ਨਾਮ ਜਪੀ ਜਾ, ਜਪੀ ਜਾ, ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਪੰਚਮ ਪਾਤਸ਼ਾਹ ਨਿਰਣਾ ਕੀਜੈ, ਸੁਖ ਨਾਹੀ ਰੇ ਹਰ ਭਗਤ ਬਿਨਾ। ਪਰਮਾਤਮਾ ਦੀ ਭਗਤੀ ਤੋਂ ਬਿਨਾ ਸੁਖ ਹੈ ਹੀ ਨਹੀਂ। ਭਗਤੀ ਨੇ ਸੁਖ ਦੇਣਾ। ਅੰਦਰੋਂ ਸਾਡੇ ਸਾਰੇ ਜਿਹੜਾ ਕੂੜ ਕਵਾੜ ਹੈ ਜਨਮਾਂ ਜਨਮਾਂਤਰਾਂ ਦਾ, ਉਹ ਕੱਢਣਾ ਹੈ। ਜਿੰਨਾ ਧਿਆਨ ਨਾਲ ਤੁਸੀਂ ਸਿਮਰਨ ਕਰੋਗੇ ਤੇ ਜਿੰਨਾ ਧਿਆਨ ਨਾਲ ਬਾਣੀ ਪੜੋਗੇ, ਓਨਾ ਹੀ ਛੇਤੀ ਅੰਦਰ ਕੂੜ ਕਵਾੜ ਨਿਕਲੇਗਾ। ਬੇਧਿਆਨੇ ਹੋ ਕੇ ਤਾਂ ਦੇਖੋ, ਸਾਡੇ ਸਾਹਮਣੇ ਉਦਾਹਰਨ ਹੈ ਸਾਡੇ ਇਤਿਹਾਸ ਦੀ। ਕਾਜ਼ੀ ਅਤੇ ਜਿਹੜਾ ਸੀ ਰਾਜਾ ਉਸ ਵੇਲੇ ਦਾ ਨਵਾਬ, ਬੇਧਿਆਨੇ ਹੋ ਕੇ ਨਮਾਜ਼ ਪੜ੍ਹ ਰਹੇ ਨੇ। ਗੁਰੂ ਨਾਨਕ ਦੇਵ ਕਹਿੰਦੇ ਤੁਹਾਡੀ ਨਮਾਜ਼ ਦਰਗਾਹ 'ਚ ਪ੍ਰਵਾਨ ਹੀ ਨਹੀਂ ਹੋਈ, ਕਿਉਂਕਿ ਤੁਸੀਂ ਬੇਧਿਆਨੇ ਸੀ। ਜੇ ਉਹਨਾਂ ਦੀ ਨਮਾਜ਼ ਪ੍ਰਵਾਨ ਨਹੀਂ ਹੈ, ਫਿਰ ਸਾਡਾ ਪਾਠ ਵੀ ਪ੍ਰਵਾਨ ਨਹੀਂ ਹੋਣਾ। ਬਹੁਤੇ ਦੀ ਗੱਲ ਨਹੀਂ ਹੁੰਦੀ, ਗੱਲ ਧਿਆਨ ਦੀ ਹੁੰਦੀ ਹੈ ਕਿ ਤੁਸੀਂ ਕਿੰਨੇ ਧਿਆਨ ਨਾਲ ਪਾਠ ਕੀਤਾ, ਕਿੰਨੇ ਧਿਆਨ ਨਾਲ ਸਿਮਰਨ ਕੀਤਾ। ਅੱਜ ਜਿਹੜਾ ਤੁਹਾਨੂੰ ਢੰਗ ਸਿਮਰਨ ਦੱਸਿਆ, ਜਿੰਨੀ ਤੁਹਾਡੀ ਉਮਰ ਹੈ ਉਨੇ ਮਿੰਟ ਜ਼ਰੂਰ ਕਰਨਾ, ਚਾਹੇ 2 ਵਾਰਾਂ 'ਚ ਕਰੋ। ਮੇਰੀ ਉਮਰ 80 ਸਾਲ ਹੈ, ਮੈਨੂੰ 40 ਮਿੰਟ 2 ਵਾਰੀ ਕਰਨਾ ਪੈਣਾ। 80 ਮਿੰਟ ਕਰਨਾ ਹੀ ਕਰਨਾ ਬਸ। ਹਾਂ, ਕੁਝ ਸਮਾਂ ਬੋਲ ਕੇ ਕਰ ਲਓ, ਫਿਰ ਉਸ ਨੂੰ ਮਨ 'ਚ ਉਸੇ ਤਰ੍ਹਾਂ ਕਰੋ। ਮਨ 'ਚ ਉਸੇ ਤਰ੍ਹਾਂ ਕਰਦੇ ਵਾਹਿਗੁਰੂ। ਜਦੋਂ ਦੇਖਿਆ ਵੀ ਜਿਉਂ ਹੀ ਤੁਸੀਂ ਬੇਧਿਆਨ ਹੋ ਕੇ ਤੁਹਾਨੂੰ ਨੀਂਦ ਆਏਗੀ, ਉਹ ਵਾਹਿਗੁਰੂ ਉਹਨੂੰ ਵੇਖੀ ਜਾਣਾ, ਉਹਨੂੰ ਵੇਖੀ ਜਾਣਾ। ਜਦੋਂ ਇੱਧਰ ਉਧਰ ਧਿਆਨ, ਜਦੋਂ ਤੁਸੀਂ ਵੇਖਣਾ ਨਹੀਂ ਗਏ ਇੱਧਰ ਨੂੰ ਧਿਆਨ, ਫਿਰ ਹੋਰ ਖਿਆਲ ਆਉਣੇ ਸ਼ੁਰੂ ਹੋ ਜਾਂਦੇ, ਫਿਰ ਮੁੜ ਕੇ ਵੇਖਣ ਲੱਗ ਜਾਓ ਵਾਹਿਗੁਰੂ। ਇਸ ਤਰ੍ਹਾਂ ਮਨ 'ਚ ਕਰੀ ਜਾਣਾ ਹੈ। ਜਿੰਨੀ ਤੁਹਾਡੀ ਉਮਰ ਹੈ ਓਨੇ ਮਿੰਟ ਰੋਜ਼ ਕਰਨਾ ਹੈ। ਫਿਰ ਤੁਹਾਨੂੰ ਕੁਝ ਮਹੀਨਿਆਂ 'ਚ ਹੀ ਪਤਾ ਲੱਗ ਜਾਏਗਾ ਕਿ ਹਾਂ ਕਿੰਨਾ ਫਰਕ ਪੈ ਗਿਆ ਹੈ। ਆਪਣੇ ਆਪ ਹੀ ਪਤਾ ਲੱਗਣ ਲੱਗ ਜਾਵੇ, ਹਾਂ ਮਨ ਸ਼ਾਂਤ ਹੋਣਾ ਸ਼ੁਰੂ ਹੋ ਗਿਆ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਏਕੋ ਨਾਮ ਧਿਆਏ ਤੂੰ, ਸੁਖ ਪਾਵੇਂ ਮੇਰੇ ਭਾਈ। ਹੈ ਮੇਰੇ ਭਰਾਵਾ, ਤੂੰ ਨਾਮ ਜਪੀ ਜਾ, ਜਪੀ ਜਾ, ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਹਉਮੈ ਦੂਜਾ ਦੂਰ ਕਰ, ਵੱਡੀ ਵਡਿਆਈ। ਅੰਦਰੋਂ ਹਉਮੈ ਦੂਰ ਕਰ ਲੈ, ਅੰਦਰੋਂ ਦੂਜਾ ਭਾਵ ਮਾਇਆ ਨਾਲ ਪਿਆਰ ਹੈ ਉਹ ਦੂਰ ਕਰ ਲੈ, ਫਿਰ ਤੈਨੂੰ ਬਹੁਤ ਵਡਿਆਈ ਮਿਲੇਗੀ। ਅੰਦਰੋਂ ਹਉਮੈ ਦੂਰ ਕਰ, ਮਾਇਆ ਦਾ ਮੋਹ ਹੈ ਉਹ ਦੂਰ ਕਰ। ਜਿਉਂ-ਜਿਉਂ ਤੁਸੀਂ ਨਾਮ ਜਪੀ ਜਾਓਗੇ, ਇਹ ਮਾਇਆ ਦਾ ਮੋਹ ਆਪਣੇ ਆਪ ਘਟਦਾ ਜਾਏਗਾ। ਜਿੰਨਾ ਬੰਦਾ ਸੰਸਾਰੀ ਹੁੰਦਾ, ਉਨਾ ਮਾਇਆ ਨਾਲ ਉਹਦਾ ਜ਼ਿਆਦਾ ਮੋਹ ਹੁੰਦਾ ਹੈ। ਜਿਉਂ-ਜਿਉਂ ਅਵਸਥਾ ਉੱਚੀ ਹੁੰਦੀ ਜਾਂਦੀ ਹੈ, ਉਹ ਮੋਹ ਤੋਂ ਨਿਰਲੇਪ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਉਹ ਮਾਇਆ ਲਈ ਕਰਦੇ ਨਹੀਂ। ਉਹਨੂੰ ਤਾਂ ਪਤਾ ਹੈ ਵੀ ਜੇ ਮੈਂ ਭਗਤੀ ਕਰੀ ਜਾਵਾਂਗਾ, ਮਾਇਆ ਤੇ ਵੈਸੇ ਹੀ ਆਉਣ ਲੱਗ ਜਾਣੀ ਹੈ, ਤੇ ਮਾਇਆ ਦਾ ਖਿਆਲ ਰੱਖ ਕੇ ਕੀ ਕਰਨਾ ਹੈ, ਉਹ ਤਾਂ ਵੈਸੇ ਹੀ ਆ ਜਾਣੀ। ਭਗਤੀ ਕਰਨ ਵਾਲੇ ਕੋਲ ਮਾਇਆ ਵੈਸੇ ਹੀ ਆਉਣ ਲੱਗ ਜਾਂਦੀ ਹੈ। ਆ ਸੰਤਾਂ ਮਹਾਤਮਾ ਕਿੰਨੀ ਮਾਇਆ ਆਉਂਦੀ ਹੈ। ਇੱਕ ਵਾਰੀ ਇੱਕ ਬੰਦਾ ਚਲਿਆ ਗਿਆ, ਉਹ ਨਾ ਉੱਥੇ ਬਿਲਡਿੰਗ ਬਣਾ ਰਿਹਾ ਸੀ, ਅਲੌਰਾ ਸਾਹਿਬ ਜਿਹੜਾ ਠੇਕੇਦਾਰ ਸੀ। ਕਾਫੀ ਖਰਚਾ ਹੋ ਗਿਆ, ਮਹਾਂਪੁਰਖਾਂ ਨੂੰ ਕੋਈ ਪੈਸਾ ਹੀ ਨਹੀਂ ਦਿੱਤਾ। ਉਹ ਵੱਡੇ ਮਹਾਂਪੁਰਖਾਂ ਕੋਲ ਚਲੇ ਗਿਆ ਵੀ ਮਹਾਰਾਜ ਜੀ ਵੀ ਖਰਚਾ ਬਹੁਤ ਹੋ ਗਿਆ ਹੈ, ਕੋਈ ਮਾਇਆ ਮੁਈ ਦੇ ਦਿਓ।
ਕਹਿੰਦੇ ਅੱਛਾ, ਜਿੱਥੇ ਲੰਗਰ ਪੇ ਤਿਆਰ ਹੁੰਦਾ ਰਸੋਈ ਘਰ, ਉੱਥੇ ਚਲਿਆ ਜਾ, ਉੱਥੇ ਬੜੀ ਮਾਇਆ ਪਈ ਹੈ। ਕਹਿੰਦਾ ਮੈਂ ਉੱਥੇ ਚਲਿਆ ਗਿਆ, ਉੱਥੇ ਕਿਤੇ ਪਿਆਜ਼ ਪਿਆ, ਕਿਤੇ ਆਲੂ ਪਏ ਨੇ, ਕਿਤੇ ਕੁਝ ਪਿਆ। ਮੈਂ ਬੜਾ ਦੇਖਿਆ, ਮੈਨੂੰ ਤਾਂ ਕੋਈ ਲੱਭੇ। ਕਹਿੰਦੇ ਮਹਾਰਾਜ ਜੀ ਵੀ ਉੱਥੇ ਮੈਨੂੰ ਤਾਂ ਕਿਤੇ ਮਾਇਆ ਲੱਭੀ ਨਹੀਂ। ਕਹਿੰਦੇ ਉੱਤੇ 4-5 ਨਾ ਆਲੂ ਤੈਨੂੰ ਦਿਸਣਗੇ, ਉਹ 4-5 ਆਲੂ ਪਰਾਂ ਕੱਢ, ਜਿੰਨੀ ਮਾਇਆ ਤੈਨੂੰ ਚਾਹੀਦੀ ਆਪੇ ਗਿਣ ਕੇ ਲੈ ਲਈ। ਕਹ ਜਦ ਮੈਂ 4-5 ਆਲੂ ਜਾ ਕੇ ਚੁੱਕੇ, ਬੋਰਾ ਭਰਿਆ ਪਿਆ, ਸਾਰੀ ਬੋਰੀ ਮਾਇਆ। ਮੈਨੂੰ ਮੇਰਾ ਜਿੰਨਾ ਖਰਚਾ ਸੀ ਮੈਂ ਗਿਣ ਕੇ ਲੈ ਲਿਆ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਉਹਦੇ ਮੈਨੂੰ ਪਤਾ ਲੱਗਿਆ ਵੀ ਹਾਂ, ਕਿਉਂ ਜੇ ਤਾਂ ਵੈਸੇ ਹੁੰਦੀ ਫਿਰ ਤਾਂ ਅੰਡਰ ਲੌਕ ਐਂਡ ਕੀ ਰੱਖਦੇ ਹੋ। ਇਹ ਥੋੜਾ ਜਿਹੀ ਰਸੋਈ ਘਰ ਚ ਛੱਡ ਦੇਣੀ ਸੀ ਜਿੱਥੇ ਆਮ ਨੇ। ਬਸ ਮਹਾਂਪੁਰਖਾਂ ਦੀ ਸ਼ਕਤੀ ਹੁੰਦੀ ਹੈ, ਮਾਇਆ ਅੱਗੇ ਪਿੱਛੇ ਫਿਰਦੀ ਹੁੰਦੀ ਹੈ। ਸੋ ਨਾ ਕੋਈ, ਮੈਂ ਆਪ ਇੱਕ ਮਹਾਂਪੁਰਖਾਂ ਦੇਖਿਆ, ਸੰਗਰੂਰ ਜ਼ਿਲ੍ਹੇ ਚ ਅਹਿਮਦਗੜ੍ਹ ਹੈ, ਅਹਿਮਦਗੜ੍ਹ ਦੇ ਨੇੜੇ ਛਪਾਰ ਹੈ, ਉੱਥੇ ਮੇਲਾ ਲੱਗਦਾ ਹੈ। ਮੇਰਾ ਦੋਸਤ ਮੈਨੂੰ ਲੈ ਗਿਆ, ਕਹਿੰਦਾ ਤੈਨੂੰ ਮਹਾਂਪੁਰਖਾਂ ਦੇ ਦਰਸ਼ਨ ਕਰਾਂ। ਅਸੀਂ ਮਹਾਂਪੁਰਖਾਂ ਦੇ ਕੋਲ ਬੈਠੇ ਹਾਂ, ਇੱਕ ਸੇਵਕ ਆਇਆ, ਕਹਿੰਦੇ ਬਾਬਾ ਜੀ ਇਹ ਜਲੇਬੀਆਂ ਦਾ ਘਿਓ ਮੁੱਕ ਗਿਆ ਹੈ, ਘਿਓ ਟੀਨ ਲਿਆਉਣੇ, ਕਈ ਮਾਇਆ ਦਿਓ। ਉਹਨੇ ਪਰਨਾ ਐਂ ਲਾਇਆ, ਕਹਿੰਦੇ ਕਰ ਲੈ ਇਕੱਠੀ, ਜਿੰਨੀ ਤੈਨੂੰ ਚਾਹੀਦੀ ਲੈ ਜਾ। ਪਰਨਾ ਐ ਇਸ ਲਾ ਕੇ ਐ ਕਰਦਾ, ਨੋਟਾਂ ਦੇ ਨੋਟ ਹੀ ਸਾਡੇ ਗਲ ਆਏ ਪਏ, ਲੈ ਕੇ ਚੱਕ ਕੇ ਇਕੱਠੇ ਕਰ। ਕਹਿੰਦੇ ਜਿੰਨੇ ਖਰਚਨੇ ਖਰਚ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵਾ। ਮਾਇਆ ਤਾਂ ਦਾਸੀ ਬਣ ਕੇ ਸੇਵਾ ਕਰਦੀ ਹੈ। ਇਸ ਲਈ ਫਿਰ ਨਾਮ ਜਪੀ ਜੋ, ਮਾਇਆ ਤੇ ਆਪੇ ਹੀ ਆ ਜਾਣੀ। ਮਾਇਆ ਲਈ ਨਾਮ ਨਹੀਂ ਜਪਣਾ, ਉਹ ਤਾਂ ਪਹਿਲੀ ਅਵਸਥਾ ਹੁੰਦੀ ਹੈ ਵੀ ਬਾਬਾ ਜੀ ਮੇਰਾ ਕਾਰੋਬਾਰ ਚ ਵਾਧਾ ਹੋ ਜੇ। ਹੁਣ ਬਾਬੇ ਕੋਲੇ ਕੋਈ ਝੁਰੜੂ ਨਹੀਂ। ਮੈਂ ਗੁਰੂ ਮਹਾਰਾਜ ਕਹਿੰਦੇ ਕਿਵੇਂ ਵਾਧਾ ਹੋ, ਕਹਿੰਦੇ ਫਲਾਣੇ ਪਾਠ ਨਾ ਗਏ, ਲੈ ਭਰਾਵਾ ਪਾਠ ਕਰ 40 ਦਿਨ, ਫਿਰ ਆਈ ਮੇਰੇ ਕੋਲ। ਹਾਂ ਜੀ ਪਹਿਲਾਂ ਨਾਲ ਫਰਕ ਪੈ ਗਿਆ, ਮੈਂ ਕੋਈ ਨਾ ਹੋਰ ਕਰ, ਫਿਰ ਜੇ ਪਹਿਲਾਂ ਨਾਲ ਫਰਕ ਪੈ ਗਿਆ ਹੋਰ ਕਰ। ਨਾਮ ਬਾਣੀ ਹੀ ਹੈ, ਹੋਰ ਕੀ ਹੁੰਦਾ। ਨਾਮ ਬਾਣੀ ਜਿਹੜਾ ਆਪ ਹੀ ਬਾਣੀ ਪੜ੍ਹੀ ਜਾਂਦਾ, ਨਾਮ ਜਪੀ ਜਾਂਦਾ, ਉਹਨੂੰ ਕਿਸੇ ਬਾਬੇ ਕੋਲ ਜਾਣ ਦੀ ਲੋੜ ਹੀ ਨਹੀਂ ਹੈ, ਆਪੇ ਉਹਦੇ ਕੰਮ ਹੁੰਦੇ ਰਹਿਣੇ। ਸਿਰਫ ਸਾਨੂੰ ਤੇ ਵਰ ਮਿਲਿਆ ਹੋਇਆ ਕਿ ਇਹਦੀ ਜਿਹੜੀ ਸਮੱਸਿਆ ਹੈ ਇਹ ਕਿਸ ਬਾਣੀ ਨਾਲ ਠੀਕ ਹੋਵੇਗੀ। ਬਸ ਅਸੀਂ ਕਰ ਕੰਮ ਤੇ ਬਾਣੀ ਨਹੀਂ ਕਰਨਾ। ਬਾਣੀ ਗੁਰੂ ਹੈ, ਸਿੱਖ ਦਾ ਕਾਰਜ ਤੇ ਗੁਰੂ ਨੇ ਸਵਾਰਨਾ ਹੈ। ਸਾਨੂੰ ਤਾਂ ਇੰਨਾ ਹੀ ਵਰ ਮਿਲਿਆ ਹੋਇਆ ਕਿ ਭਾਈ ਤੂੰ ਇਹ ਜਿਹੜਾ ਹੈ ਦੇਖ, ਇਹ ਕਿਹੜੀ ਬਾਣੀ ਨਾਲ ਇਹਦੀ ਸਮੱਸਿਆ ਹੱਲ ਹੋਵੇਗੀ। ਅਸੀਂ ਤਾਂ ਉਹ ਪਾੜ ਦੇ ਦੇਣਾ, ਬਸ ਕਰਨਾ ਅਗਲੇ ਨੇ। ਹਾਂ ਜੀ ਜਿਵੇਂ ਕੈਮਿਸਟ ਦੀ ਦੁਕਾਨ ਤੇ ਚਲੇ ਜਾਓ, ਸਾਰੀਆਂ ਦਵਾਈਆਂ ਹੀ ਲਾਭਦਾਇਕ ਨੇ, ਪਰ ਆਪਾਂ ਉਹਨੂੰ ਆਪੇ ਆਪਣੀ ਮਰਜ਼ੀ ਚੱਕ ਕੇ ਨਹੀਂ ਖਾਂਦੇ। ਡਾਕਟਰ ਲਿਖਦਾ ਫਿਰ ਕੈਮਿਸਟ ਦਿੰਦਾ। ਸਾਰੀ ਬਾਣੀ ਹੀ ਲਾਭਦਾਇਕ ਹੈ, ਪਰ ਕਿਸ ਸਮੱਸਿਆ, ਕਿਹੜੀ ਸਮੱਸਿਆ ਕਿਹੜੀ ਬਾਣੀ ਨਾਲ ਦੂਰ ਹੋਏਗੀ, ਬਸ ਉਹ ਮਹਾਂਪੁਰਖ ਉਹ ਦੱਸ ਦਿੰਦੇ ਨੇ, ਆ ਕਰ ਲੈ ਭਾਈ। ਸੋ ਇਸ ਲਈ ਨਾਮ ਜਪੀ ਜਾਓ। ਫਿਰ ਕਹਿੰਦੇ ਹਉਮੈ ਦਵੈਤ ਭਾਵ ਅੰਦਰ ਦੂਰ ਹੋ ਜਾਏਗੀ, ਫਿਰ ਸਦਾ ਰਹਿਣ ਵਾਲੀ ਵਡਿਆਈ ਮਿਲੇਗੀ। ਇਸ ਭਗਤੀ ਨੂੰ ਸੁਰ ਨਰ ਮੁਨ ਜਨ ਲੋਚ ਦੇ, ਵਿਣ ਸਤਿਗੁਰ ਪਾਈ ਨਾ ਜਾਏ। ਕਹਿੰਦੇ ਭਗਤੀ ਨੂੰ ਦੇਵ ਤੇ ਸੁਰ, ਦੇਵ ਤੇ ਨਰ ਮਨੁੱਖ, ਮੁਨ ਜਨ ਰਿਸ਼ੀ ਮੁਨੀ ਭਗਤੀ ਨੂੰ ਲੋਚਦੇ ਨੇ, ਪਰ ਵਿਣ ਸਤਿਗੁਰ ਪਾਈ ਨਾ ਜਾਏ। ਪਰ ਇਹ ਭਗਤੀ ਦੀ ਦਾਤ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਚਾਹੁੰਦੇ ਤਾਂ ਸਾਰੇ ਹੀ ਨੇ, ਪਰ ਇਹ ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਸੱਤ ਜੋ ਧਾਰਮਿਕ ਗ੍ਰੰਥ ਪੜ੍ਹੇ ਨੇ, ਉਹ 'ਚ ਸੱਤ ਯੁੱਗ ਤੋਂ ਲੈ ਕੇ ਅੱਜ ਤੱਕ ਜਿਸ ਨੂੰ ਵੀ ਪ੍ਰਾਪਤੀ ਹੋਈ ਉਹਨੂੰ ਗੁਰੂ ਰਾਹੀਂ ਹੋਈ। ਚਾਹੇ ਕ੍ਰਿਸ਼ਨ ਮਹਾਰਾਜ ਹੈ, ਉਹਨਾਂ ਨੇ ਗੁਰੂ ਧਾਰਨ ਕੀਤਾ। ਰਾਮਚੰਦਰ ਜੀ ਮਹਾਰਾਜ, ਉਹਨਾਂ ਗੁਰੂ ਧਾਰਨ। ਸਤਯੁਗ ਜਿਹੜਾ ਰਾਜਾ ਜਨਕ ਹੋਏ, ਇੱਕ ਤ੍ਰੇਤੇ ਜੋ ਇੱਕ ਸਤਯੁਗ ਜੋ ਹੋਏ, ਉਹਨਾਂ ਵੀ ਗੁਰੂ ਧਾਰਨ ਕੀਤਾ। ਕਲਯੁਗ ਤਾਂ ਕਰਦੇ ਹੀ ਕਰਦੇ ਹਨ। ਇਸ ਕਰਕੇ ਜਿੰਨਾ ਚਿਰ ਪਰਮਾਤਮਾ ਦੀ ਇੱਛਾ ਨਹੀਂ ਅੰਦਰ ਪ੍ਰਾਪਤੀ ਦੀ, ਉਹਨਾਂ ਚਿਰ ਕੋਈ ਗੱਲ ਨਹੀਂ। ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ। ਜਦੋਂ ਇੱਛਾ ਹੋ ਗਈ ਵੀ ਹੁਣ ਰੱਬ ਨੂੰ ਮਿਲਣਾ, ਉਹ ਲੱਖਾਂ 'ਚ ਇੱਕ ਅੱਧੇ ਦੀ ਹੋਏਗੀ,
ਕੋਈ ਜਦੋਂ ਤੁਸੀਂ ਫਿਰ ਲੱਗੋਗੇ ਨਾ ਰੱਬ ਲਈ, ਕੁਝ ਦੇਰ ਬਾਅਦ ਕੋਈ ਆ ਵੀ ਕੰਮ ਅਜੇ ਰਹਿੰਦਾ, ਪਹਿਲੇ ਇਸ ਲਈ ਪਾਠ ਕਰ ਲਈਏ। ਕਿਉਂਕਿ ਆਪਾਂ ਸੰਸਾਰੀ ਬੰਦੇ, ਗ੍ਰਸਤੀ ਹਾਂ, ਕੋਈ ਨਾ ਕੋਈ ਸਮੱਸਿਆ ਖੜੀ ਰਹਿੰਦੀ ਹੈ। ਸੋ ਪਰਮਾਤਮਾ ਦੀ ਪ੍ਰਾਪਤੀ ਤਾਂ ਜਿਹੜਾ ਲਿਖਾ ਕੇ ਲੈ ਦੇ ਇਹ ਕਰੂਗਾ, ਫਿਰ ਉਹ ਲੱਗਾ ਰਹਿੰਦਾ ਬਸ। ਕਿਉਂਕਿ ਆਪਾਂ ਨੂੰ ਪਤਾ ਨਹੀਂ, ਇਸ ਲਈ ਸਾਨੂੰ ਲੱਗੇ ਰਹਿਣਾ ਚਾਹੀਦਾ ਹੈ। ਪੰਡਿਤ ਪੜ੍ਹਦੇ ਜੋਤ ਕੀ, ਤਿੰਨ ਬੂਝ ਨਾ ਪਾਏ। ਪੰਡਿਤ ਵੀ ਧਾਰਮਿਕ ਗ੍ਰੰਥ ਪੜ੍ਹ ਰਹੇ ਨੇ, ਜੋਤ ਕੀ ਮੇਰੇ ਜੋਤਿਸ਼ੀ, ਉਹ ਜੋਤਿਸ਼ ਗ੍ਰੰਥ ਪੜ੍ਹ ਰਹੇ ਨੇ, ਪਰ ਉਹਨਾਂ ਨੂੰ ਵੀ ਪਰਮਾਤਮਾ ਬਾਰੇ ਸੋਝੀ ਨਹੀਂ ਆਈ। ਕਿਉਂ? ਉਹਨਾਂ ਗੁਰਮੰਤਰ ਲਿਆ ਨਹੀਂ, ਉਂਝ ਲੱਗੇ ਨੇ, ਪਰਮਾਤਮਾ ਬਾਰੇ ਸੋਝੀ ਨਹੀਂ ਹੁੰਦੀ। ਆਪੇ ਥੈ ਸਭ ਰਖਿਓਨ, ਕਿਛ ਕਹਿਣ ਨਾ ਜਾਈ। ਆਪੇ ਥੈ ਸਭ ਰਖਿਓਨ, ਪਰਮਾਤਮਾ ਨੇ ਸਾਰਾ ਕੁਝ ਆਪਣੇ ਕੋਲ ਰੱਖਿਆ ਹੋਇਆ ਹੈ। ਥੈ ਦਾ ਕੋਲ, ਉਸ ਥੈ, ਉਸ ਕੋਲ। ਆਪੇ ਥੈ, ਆਪਣੇ ਕੋਲ। ਹਰ ਇੱਕ ਚੀਜ਼ ਪਰਮਾਤਮਾ ਨੇ ਆਪਣੇ ਕੋਲ ਰੱਖੀ ਹੋਈ ਹੈ। ਕਿਸੇ ਕਹਿਣ ਨਾ ਜਾਏ, ਇਸ ਲਈ ਕੁਝ ਕਿਹਾ ਨਹੀਂ ਜਾ ਸਕਦਾ ਉਹਦੇ ਬਾਰੇ, ਸਾਰਾ ਕੁਝ ਦੇ ਕੋਲ ਹੈ। ਆਪੇ ਦੇ ਸੋ ਪਾਈਐ, ਗੁਰ ਬੂਝ ਬੁਝਾਈ। ਪਰਮਾਤਮਾ ਫਿਰ ਜਿਸ ਨੂੰ ਇਹ ਭਗਤੀ ਦੀ ਦਾਤ ਦਿੰਦਾ ਹੈ, ਉਹ ਗੁਰੂ ਰਾਹੀਂ ਫਿਰ ਉਹਨੂੰ ਸੋਝੀ ਆਉਂਦੀ ਹੈ। ਪਰਮਾਤਮਾ ਦਾ ਕੰਮ ਹੈ ਸਾਨੂੰ ਗੁਰੂ ਕੋਲ ਭੇਜਣਾ, ਅੱਗੇ ਗੁਰੂ ਦਾ ਕੰਮ ਹੈ ਸਾਨੂੰ ਪਰਮਾਤਮਾ ਤੱਕ ਲੈ ਕੇ ਜਾਣਾ। ਪਰਮਾਤਮਾ ਦਾ ਕੰਮ ਹੈ ਗੁਰੂ ਕੋਲੇ ਭੇਜਣਾ। ਜਿਹਨੇ ਗੁਰੂ ਕੋਲ ਜਾਣਾ, ਪਹਿਲੇ ਹੀ ਲਿਖਿਆ ਹੁੰਦਾ ਕਿਸਮਤ 'ਚ ਵੀ ਇਹ ਗੁਰੂ ਵਾਲਾ ਹੋਵੇਗਾ, ਉਹਨੇ ਸੂਨਰ ਲੇਟਰ ਹੋ ਹੀ ਜਾਣਾ। ਇਹ ਬਾਣੀ ਸਿੱਖੇਗਾ, ਸੂਨਰ ਲੇਟਰ ਉਹਨੇ ਸਿੱਖ ਹੀ ਜਾਣੀ ਹੈ। ਇਹ ਬਾਣੀ ਸਿਖਾਏਗਾ, ਬਸ ਉਹਨੇ ਸਿਖਾਉਣੀ, ਕਿਉਂਕਿ ਲਿਖਿਆ ਹੋਇਆ ਹੈ, ਲਿਖਿਆ ਹੋਇਆ ਹੈ। ਤੁਸੀਂ ਲਿਖਤ ਤੋਂ ਬਿਨਾਂ ਨਹੀਂ ਆਏ, ਤੁਹਾਡੇ ਲਿਖਿਆ ਹੋਇਆ। ਤੁਸੀਂ ਬਾਣੀ ਪੜ੍ਹੋਗੇ, ਸਤਸੰਗ ਕਰੋਗੇ, ਕਿਉਂਕਿ ਹਰ ਇਨਸਾਨ ਦਾ, ਸਾਰੇ ਦਾ ਸਾਰਾ ਜੀਵਨ ਪਹਿਲਾਂ ਹੀ ਲਿਖਿਆ ਹੁੰਦਾ ਹੈ। ਉਹ ਫਿਰ ਲਿਖੇ ਅਨੁਸਾਰ ਸਾਡੇ ਖਿਆਲ ਬਣਦੇ ਨੇ, ਸਾਡੇ ਕਰਮ ਬਣਦੇ ਹਨ। ਸਿਰਫ ਇੰਨਾ ਕੋਈ ਸਾਧਨ ਬਣ ਜਾਂਦਾ ਬਸ। ਤੁਹਾਡੇ ਭਾਗਾਂ 'ਚ ਮੰਨ ਲਓ ਪਾਠ ਸਿੱਖਣਾ ਲਿਖਿਆ ਹੋਇਆ ਹੈ। ਜਿਵੇਂ ਕੱਲ੍ਹ ਮੈਂ ਕਿਹਾ ਸੀ, ਇੱਕ ਬੀਬੀ ਦੀ ਤੀਬਰ ਇੱਛਾ ਸੀ ਕਿ ਮੈਂ ਪਾਠ ਸਿੱਖਣਾ ਹੈ, ਪਰ ਉਹਨੂੰ ਉਹ ਕਦੇ ਭਾਵੇਂ ਕਿੰਨੇ ਪੈਸੇ ਮੇਰੇ ਤੋਂ ਲੈ ਲਏ, ਮੈਂ ਪੜ੍ਹ ਸਿੱਖਣਾ ਹੈ। ਉਹਨੂੰ ਅਜੇ ਕੋਈ ਮਿਲ ਨਹੀਂ ਰਿਹਾ, ਉਹਨੇ ਕਿਸੇ ਦੱਸਿਆ ਨਹੀਂ ਸੀ। ਉਹਦੇ ਹਸਬੈਂਡ ਕੁਦਰਤੀ ਦੁੱਖ ਨਾਰਨ ਗਏ, ਉੱਥੇ ਮੇਰਾ ਇਸ਼ਤਿਹਾਰ ਲੱਗਾ ਸੀ ਸੰਥਿਆ ਦਾ। ਉਹ ਕਹਿੰਦਾ ਲੈ ਬਈ, ਹੈ ਵੀ ਨੇੜੇ ਹੀ, ਉਹ ਆਪ ਚਰਨ ਬਾਗ ਦੇ ਨੇ, ਇੱਥੇ ਨਹੀਂ ਬਸ ਇੱਥੇ ਨੇੜੇ ਹੀ। ਕਹਿੰਦੇ ਉਹਨੇ ਮੈਂ ਟੈਲੀਫੋਨ ਕੀਤਾ, ਮੈਂ ਹਾਂ ਅੱਜ ਹੀ ਕਲਾਸ ਸ਼ੁਰੂ ਹੋ ਰਹੀ ਜੀ, ਸ਼ਾਮੀ ਆ ਜਾਓ 6 ਵਜੇ। ਚਲੋ ਆ ਗਏ, ਸਿੱਖ ਗਏ। ਸੋ ਲਿਖਿਆ ਹੁੰਦਾ, ਤੀਬਰ ਇੱਛਾ ਪੈਦਾ ਹੋ ਗਈ, ਸਾਧਨ ਆਪੇ ਬਣ ਜਾਂਦਾ। ਇੰਗਲਿਸ਼ ਦੀ ਕਹਾਵਤ ਹੈ, ਵੇਅਰ ਦੇਅਰ ਇਜ਼ ਏ ਵਿਲ ਦੇਅਰ ਇਜ਼ ਏ ਵੇ। ਜਿੱਥੇ ਤੀਬਰ ਇੱਛਾ ਹੁੰਦੀ ਹੈ, ਪਰਮਾਤਮਾ ਰਸਤਾ ਆਪੇ ਬਣਾਉਂਦਾ ਹੈ। ਜਿਵੇਂ ਕਹਿੰਦੇ ਸ਼ੱਕਰ ਖੋਰੇ ਨੂੰ ਸ਼ੱਕਰ ਮਿਲ ਹੀ ਜਾਂਦੀ, ਖੋਰੇ ਦਾ ਖਾਣ ਵਾਲਾ। ਜਿਹੜਾ ਸ਼ੱਕਰ ਖਾਣ ਦਾ ਸ਼ੌਕੀਨ ਹੈ, ਉਹ ਕਿਤੋਂ ਲਿਆਵੇ, ਉਹਨੂੰ ਮਿਲ ਹੀ ਜਾਣੀ। ਅਫੀਮ ਬੰਦ ਹੈ ਕਿ ਨਹੀਂ? ਪਰ ਜਿਹੜੇ ਫੀਮ ਖਾਣ ਵਾਲੇ ਨੇ, ਉਹ ਜਿੱਥੋਂ ਮਰਜ਼ੀ ਲਿਆਉਣ, ਉਹਨਾਂ ਕੋਲ ਹੁੰਦੀ, ਖਾ ਰਹੇ, ਹੁਣ ਵੀ ਖਾ ਰਹੇ ਨੇ। ਜੋ ਮਰਜ਼ੀ ਪਈ ਸਰਕਾਰ ਕਰੇ, ਭੁੱਖੀ ਬੰਦ ਕਰ ਲਓ, ਜਿਹੜਾ ਮਰਜ਼ੀ। ਜਿਹੜੇ ਭੁੱਖੀ ਖਾਣ ਪਤਾ ਨਹੀਂ ਕਿੱਥੋਂ ਲੈ ਆਉਂਦੇ, ਉਹ ਲੈ ਹੀ ਆਉਂਦੇ ਨੇ, ਉਹ ਲੈ ਹੀ ਆਉਂਦੇ। ਜਿਵੇਂ ਇੱਕ ਵਾਰੀ ਮੈਂ ਸਕੂਲ 'ਚ 55 ਸਾਲ ਦੀ ਉਮਰ ਹੋ ਗਈ, ਮੈਂ ਕਦੇ ਫੀਮ ਨਹੀਂ ਸੀ ਵੇਖੀ। ਮੈਂ ਯਾਰ ਮੈਂ ਕਦੇ ਫੀਮ ਹੀ ਨਹੀਂ ਵੇਖੀ ਵੀ ਕਿਹੋ ਜਿਹੀ ਹੁੰਦੀ ਹੈ। ਇੱਕ ਟੀਚਰ ਨੇ ਜੇਬ ਚੁੱਕ ਲਈ, ਕਹਿੰਦਾ ਇਹੋ ਜਿਹੀ ਹੁੰਦੀ ਹੈ। ਮੈਂ ਵਾਹ, ਤੂੰ ਨਾਲ ਹੀ ਲਈ ਫਿਰਦਾ। ਸੋ ਜੋ ਮਰਜ਼ੀ, ਹਾਂ ਘਟ ਸਕਦੀ ਹੁੰਦੀ ਹੈ। ਸਖਤਾਈ ਕਰਨ ਨਾਲ ਕੋਈ ਚੀਜ਼ ਘਟ ਸਕਦੀ ਹੈ, ਖਤਮ ਨਹੀਂ ਹੁੰਦੀ। ਇੱਕ ਵਾਰ ਸ਼ੁਰੂ ਇਹ ਨਹੀਂ ਖਤਮ ਹੁੰਦੀ। ਸੋ ਇਸ ਲਈ ਉਹ ਕਿਤੋਂ ਨਾ ਕਿਤੋਂ ਲੱਭ ਹੀ ਲਿਓ। ਜੀ ਜੰਤ ਸਭ ਤਿਸ ਦੇ, ਸਭਨਾ ਕਾ ਸੋਈ। ਸਾਰੇ ਜੀਵ ਜੰਤੂ ਪਰਮਾਤਮਾ ਦੇ ਹਨ, ਤੇ ਉਹ ਸਾਰਿਆਂ ਦਾ ਹੈ। ਜੇ ਅਸੀਂ ਪਰਮਾਤਮਾ ਦੇ ਹਾਂ ਤਾਂ ਪਰਮਾਤਮਾ ਵੀ ਸਾਡਾ ਹੈ।
ਉਹ ਸਾਰਾ ਦਾ ਕਿਉਂ ਹੈ ਕਿ ਜੀਵ ਪੈਦਾ ਹੀ ਉਹਨੇ ਕੀਤੇ ਨੇ, ਸ੍ਰਿਸ਼ਟੀ ਬਣਾਈ ਉਹਨੇ, ਜੀਵ ਉਸਨੇ ਪੈਦਾ ਕੀਤੇ ਨੇ। ਜਿਵੇਂ ਤੁਸੀਂ ਬੱਚੇ ਪੈਦਾ ਕਰਦੇ ਹੋ ਤਾਂ ਫਿਰ ਆਪਣੇ ਬੱਚੇ ਦਾ ਖਿਆਲ ਵੀ ਤਾਂ ਰੱਖਦੇ ਹੋ ਨਾ, ਚਾਹੇ ਇੱਕ ਹੋਵੇ ਤੇ ਚਾਹੇ 8 ਹੋਣ, ਖਿਆਲ ਰੱਖਦੇ ਹੋ ਕਿ ਨਹੀਂ? ਪਰਮਾਤਮਾ ਨੇ ਸਾਨੂੰ ਪੈਦਾ ਕੀਤਾ, ਅਸੀਂ ਪਰਮਾਤਮਾ ਦੇ ਬੱਚੇ, ਇਸ ਲਈ ਸਾਡਾ ਖਿਆਲ ਰੱਖਦਾ ਹੈ। ਸਿਰਫ ਇੰਨਾ ਕਿ ਅਸੀਂ ਆਪਣੇ ਬਾਪ ਨੂੰ ਬਾਪ ਨਹੀਂ ਮੰਨਦੇ, ਉਹ ਕਹੇ ਫਿਰ ਦਫਾ ਹੋ, ਹੋਰ ਕੋਈ ਗੱਲ ਨਹੀਂ। ਪਰਮਾਤਮਾ ਸਾਡਾ ਬਾਪ ਹੈ, ਅਸੀਂ ਉਹਨੂੰ ਬਾਪ ਮੰਨਦੇ ਹੀ ਨਹੀਂ ਹੈਗੇ। ਉਹ ਕਹਿੰਦੇ ਮੇਰਾ ਨਾਮ ਜਪੋ, ਅਸੀਂ ਜਪਦੇ ਹੀ ਨਹੀਂ, ਜਪਦੇ ਨਹੀਂ। ਉਹ ਕਹੇ ਚੰਗਾ ਫਿਰ ਜਾ ਦਫਾ ਹੋ। ਉਹਨੇ ਸਾਨੂੰ ਜਿਹੜਾ ਹੈ ਬੇਦਖਲ ਕੀਤਾ ਹੋਇਆ। ਹੁਣ ਅਸੀਂ ਉਹਦੇ ਭਜਨ ਬੰਦਗੀ ਕਰਦੇ ਹਾਂ, ਉਹ ਕਹਿੰਦਾ ਕੋਈ ਨਹੀਂ ਆ ਜਾਓ ਕਰ ਲਓ, ਹੋਰ ਤੁਸੀਂ ਮੇਰੇ ਨੇੜੇ ਨੇੜੇ ਆ ਰਹੇ ਹੋ, ਕੋਈ ਨਹੀਂ ਫਿਰ ਤੈਨੂੰ ਆਪਣਾ ਬਣਾ ਲਾਂਗੇ। ਸੋ ਇਸ ਕਰਕੇ ਸਾਰੇ ਜੀਵ ਜੰਤੂ ਪਰਮਾਤਮਾ ਦੇ ਹਨ ਤੇ ਪਰਮਾਤਮਾ ਸਭ ਦਾ ਹੈ। ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਜਦੋਂ ਸਾਰਿਆਂ ਦੇ ਵਿੱਚ ਪਰਮਾਤਮਾ ਵਸਦਾ ਤੇ ਫਿਰ ਅਸੀਂ ਮੰਦਾ ਕਿਸ ਨੂੰ ਕਹੀਏ? ਮੰਦਾ ਕਿਸ ਨੂੰ ਕਹੀਏ? ਸਾਰਿਆਂ ਦੇ ਵਿੱਚ ਉਹੀ ਵਸਦਾ ਹੈ। ਇਹ ਤੇ ਅਸੀਂ ਪੜ੍ਹਿਆ ਹੈ, ਇਹ ਤੇ ਅਸੀਂ ਸੁਣਿਆ ਹੈ, ਸਾਨੂੰ ਅਜੇ ਸਾਰੇ ਵਸਦਾ ਵਿਖਾਈ ਨਹੀਂ ਦਿੰਦਾ। ਜਿੱਦੇ ਆਪਣੇ ਅੰਦਰੋਂ ਦਿਸ ਗਿਆ ਨਾ, ਪਹਿਲਾਂ ਆਪਣੇ ਅੰਦਰ ਪਰਮਾਤਮਾ ਦਿਸੇਗਾ, ਫਿਰ ਜਿਹਨੂੰ ਦਿਸ ਗਿਆ ਜਿੱਧਰ ਵੇਖੇਗਾ ਪਰਮਾਤਮਾ ਹੀ ਪਰਮਾਤਮਾ ਦਿਸੇਗਾ। ਆ ਉੱਪਰਲੀ ਖਲੜੀ ਦਿਸਣੋਂ ਹਟ ਜਾਏਗੀ, ਆ ਉੱਪਰਲੀ ਖਲੜੀ ਦਿਸਣੋਂ ਹਟ ਜਾਏਗੀ। ਜਿਵੇਂ ਕੋਈ ਰੂਹ ਆ ਜਾਂਦੀ ਹੈ ਇੱਥੇ, ਉਹ ਸੂਖਸ਼ਮ ਸਰੀਰ ਚ ਆਉਂਦੀ ਹੈ, ਆਪਾਂ ਨਹੀਂ ਨਾ ਸੂਖਸ਼ਮ ਦਿਸਦਾ, ਆਪਾਂ ਸੂਖਸ਼ਮ ਸਰੀਰ ਨਹੀਂ ਦਿਸਦਾ ਕਿਉਂ? ਅਜੇ ਸਾਡੀ ਅੱਖਾਂ ਨਹੀਂ ਖੁੱਲੀਆਂ ਹੋਈਆਂ। ਪਹਿਲਾਂ ਤਾਂ ਤੁਹਾਨੂੰ ਮਹਿਸੂਸ ਹੋਏਗਾ ਕੋਈ ਆਇਆ, ਤੁਹਾਡੇ ਦਾ ਵਾਈਬ੍ਰੇਸ਼ਨ ਸ਼ੁਰੂ ਹੋ ਜਾਏਗੀ, ਤੁਹਾਡੇ ਸਰੀਰ ਦੇ ਵਿੱਚ ਨਾ ਛੋਟੀ ਜਿਹੀ ਕੰਬਣੀ ਸ਼ੁਰੂ ਹੋ, ਵਾਈਬ੍ਰੇਸ਼ਨ ਸ਼ੁਰੂ ਹੋ ਜਾਏਗੀ, ਜਿਸ ਤੋਂ ਤੁਹਾਨੂੰ ਪਤਾ ਲੱਗਿਆ ਕੋਈ ਵੱਡੀ ਰੂਹ ਆ ਗਈ ਹੈ। ਫਿਰ ਉਹ ਖੁੱਲੀਆਂ ਅੱਖਾਂ ਨਾਲ ਪਹਿਲਾਂ ਨਹੀਂ ਦਿਸੇਗੀ, ਪਹਿਲਾਂ ਬੰਦ ਅੱਖਾਂ ਨਾਲ ਦਿਸੇਗੀ, ਫਿਰ ਅੱਖਾਂ ਬੰਦ ਕੀਤੇ ਫਿਰ ਦਿਸਦੇ। ਜਦ ਬਹੁਤ ਉੱਚੀ ਅਵਸਥਾ ਚਲੀ ਜਾਂਦੀ ਫਿਰ ਖੁੱਲੀ ਅੱਖਾਂ ਨਾਲ ਦਿਸਣ ਲੱਗ ਜਾਂਦੀ। ਪਹਿਲਾਂ ਸਿਰ ਦਿਸਦੀ ਹੈ, ਹੌਲੀ ਹੌਲੀ ਫਿਰ ਉਹਦੇ ਨਾਲ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ। ਐਂ ਸਿਮਰਨ ਕਰਦੇ ਕਰਦੇ ਐਸੀ ਅਵਸਥਾ ਹੁੰਦੀ ਹੈ ਕਿ ਸਾਡਾ ਸੂਖਸ਼ਮ ਸਰੀਰ ਸਥੂਲ ਸਰੀਰ ਤੋਂ ਅੱਡ ਹੋ ਜਾਂਦਾ ਹੈ। ਇੱਕ ਦੂਜੇ ਨਾਲ ਹੁਣ ਤੇ ਕਨੈਕਟਡ ਨੇ, ਫਿਰ ਡਿਸਕਨੈਕਟ ਹੋ ਜਾਂਦੇ ਨੇ। ਜਦੋਂ ਸੂਖਸ਼ਮ ਸਰੀਰ ਸਥੂਲ ਸਰੀਰ ਤੋਂ ਅੱਡ ਹੋ ਜਾਂਦਾ ਤਾਂ ਸੂਖਸ਼ਮ ਸਰੀਰ ਬਾਹਰ ਨਿਕਲ ਸਕਦਾ ਹੈ। ਫਿਰ ਜਿਹੜੇ ਮੰਡਲ ਤੇ ਤੁਹਾਡੀ ਮਰਜ਼ੀ ਹੈ ਜਾਓ, ਜਿਹਨੂੰ ਮਰਜ਼ੀ ਹੈ ਮਿਲ ਕੇ ਲਿਆਓ, ਫਿਰ ਵਾਪਸ ਆ ਜਾਓ, ਫਿਰ ਵਾਪਸ ਆ ਜਾਓ। ਸੰਤ ਨਿਰੰਜਨ ਸਿੰਘ ਸੇਵਕ ਸਨ, ਸਰਦਾਰ ਆਜ਼ਾਦ ਸਿੰਘ ਜੀ, ਚਲੋ ਇਹ ਉਹਨਾਂ ਦੀ ਡਿਊਟੀ ਸੀ, ਕਾਕਾ ਤੂੰ ਦਰਵਾਜ਼ੇ ਅੱਗੇ ਬਹਿ ਜਾ, ਜਿੰਨੇ ਚ ਅਸੀਂ ਅੰਦਰ ਆਵਾਜ਼ ਨਾ ਮਾਰੀਏ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ। ਅੰਮ੍ਰਿਤ ਵੇਲੇ ਦੀ ਗੱਲ ਹੈ। ਇਹਨਾਂ ਨੂੰ ਦਰਵਾਜ਼ੇ ਝੀਤ ਦੇ ਵਿੱਚ ਸੁਣਨਾ ਵੀ ਮਹਾਂਪੁਰਖ ਇਕੱਲੇ ਅੰਦਰ ਬੈਠੇ ਨੇ ਪਰ ਗੱਲਾਂ ਕਰ ਰਹੇ ਨੇ, ਇਹ ਆਵਾਜ਼ ਗੱਲਾਂ ਕਰ ਰਹੇ ਨੇ। ਕਦੇ ਇੱਕ ਦਿਨ ਉਹਨੂੰ ਪੁੱਛ ਹੀ ਲਿਆ ਵੀ ਮਹਾਰਾਜ ਤੁਸੀਂ ਇਕੱਲੇ ਹੋ ਤਾਂ ਕਿਹਦੇ ਨਾਲ ਗੱਲਾਂ ਕਰਦੇ ਹੋ? ਕਹਿੰਦੇ ਭਾਈ ਬਹੁਤ ਸੰਤ ਮਹਾਤਮ ਮਿਲਣ ਆਉਂਦੇ ਅੰਮ੍ਰਿਤ ਵੇਲੇ। ਕਹਿ ਜੀ ਕਦੇ ਮੈਨੂੰ ਵੀ ਵਿਖਾ ਦਿਓ। ਕਹਿੰਦੇ ਅੱਛਾ ਕੱਲ ਨੂੰ 1:30 ਵਜੇ ਨਹਾ ਧੋ ਕੇ ਆਈ। ਕਿ ਮੈਂ ਚਲੇ ਗਿਆ, ਮਹਾਂਪੁਰਖਾਂ ਨੇ ਇਸ਼ਨਾਨ ਕਰਾਇਆ, ਉਹ ਫਿਰ ਆਪਣੇ ਕਮਰੇ 'ਚ ਬੈਠ ਕੇ ਉਹਨਾਂ ਮੈਨੂੰ ਸੱਦ ਲਿਆ। ਜਦ ਕਾਫੀ ਸਾਰੇ ਆ ਗਏ ਸੰਤ ਮਹਾਤਮ ਬੈਠ ਗਏ ਰੂਹਾਂ ਸੂਖਸ਼ਮ ਰੂਪ 'ਚ, ਕਹਿੰਦੇ ਮੈਨੂੰ ਮਹਾਂਪੁਰਖਾਂ ਸੱਦ ਲਿਆ। ਉਹ ਨਿਕਿਆ ਆਈ ਆ ਗਏ, ਉਹਨਾਂ ਸ਼੍ਰੀ ਸਾਹਿਬ ਮੇਰੇ ਸਿਰ ਤੇ ਰੱਖ ਦਿੱਤੇ। ਕਹਿੰਦੇ ਮੇਰੀ ਦਿਵ ਦ੍ਰਿਸ਼ਟੀ ਖੁੱਲ ਗਈ। ਜਿਨ੍ਹਾਂ ਜਿਨ੍ਹਾਂ ਸੰਤਾਂ ਦੀ ਮੈਂ ਫੋਟੋ ਵੇਖੀ ਸੀ ਉਹ ਮੈਂ ਪਹਿਚਾਣ ਲਏ ਵੀ ਇਹ ਸੰਤ ਈਸ਼ਰ ਸਿੰਘ ਬੈਠੇ ਆ, ਆ ਜਿਹੜਾ ਬਾਬਾ ਨਾਨਕ ਸਿੰਘ ਜੀ ਬੈਠੇ ਆ, ਆ ਸੰਤ ਅਤਰ ਸਿੰਘ ਜੀ ਬੈਠੇ ਆ, ਉਹ ਕੁਝ ਨੂੰ ਮੈਂ ਪਹਿਚਾਣਿਆ ਨਹੀਂ ਹੈ। ਜਦ ਵੇਖ ਲਿਆ ਉਹਨਾਂ ਸ਼੍ਰੀ ਸਾਹਿਬ ਚੱਕਤੀ, ਜ਼ਬਰਦਸਤ ਅਸੀਂ ਬੰਦ ਹੋ ਗਿਆ। ਕਾਕਾ ਹੁਣ ਤੂੰ ਬਾਹਰ ਬੈਠ। ਕਹਿੰਦੇ ਕਾਕਾ ਅਸੀਂ ਕਈ ਵਾਰੀ ਨਾ ਮਿਲਣ ਗਿਲਣ ਜਾਣਾ, ਜਿਵੇਂ ਅਸੀਂ ਕਿਸੇ ਨੂੰ ਮਿਲਣ ਜਾਂਦੇ ਹਾਂ ਇਸ ਲਈ ਉਹ ਸਾਨੂੰ ਮਿਲਣ ਆ ਜਾਂਦੇ, ਤੇ ਤੇਰੀ ਡਿਊਟੀ ਇਸ ਲਈ ਲਾਈ ਹੈ ਕਿ ਕਈ ਵਾਰੀ ਅਸੀਂ ਮਿਲਣ ਜਾਣਾ ਹੈ ਬਾਹਰ, ਸਾਡਾ ਸਰੀਰ ਤੇ ਇੱਥੇ ਪਿਆ, ਵਿੱਚੋਂ ਸੂਖਸ਼ਮ ਸਰੀਰ ਨਿਕਲ ਕੇ ਮਹਾਂਪੁਰਖਾਂ ਨੂੰ ਮਿਲਣ ਜਾ ਰਿਹਾ ਹੈ। ਅਗਰ ਸਾਨੂੰ ਕੋਈ ਹਿਲਾ ਦੇਗਾ, ਡਿਸਕਨੈਕਟ ਕਰ ਦੇਗਾ, ਫਿਰ ਸਾਨੂੰ ਦੁਬਾਰਾ ਪ੍ਰਵੇਸ਼ ਕਰਨਾ ਔਖਾ ਹੁੰਦਾ। ਇਸ ਲਈ ਤੇਰੀ ਡਿਊਟੀ ਲਾਈ ਕਿ ਜਿੰਨਾ ਚਿਰ ਅਸੀਂ ਅੰਦਰ ਆਵਾਜ਼ ਨਾ ਮਾਰੀਏ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ, ਕਿਉਂਕਿ ਅਸੀਂ ਫਿਰ ਪ੍ਰਵੇਸ਼ ਵੀ ਕਰਨਾ ਹੁੰਦਾ ਹੈ। ਸੋ ਇਹ ਸਾਰੀਆਂ
ਸਿਮਰਨ ਦੀਆਂ ਅਵਸਥਾਵਾਂ ਹੁੰਦੀਆਂ। ਬਾਕੀ ਆਪਣਾ ਆਪਣਾ ਕਿਤੇ ਇਸ ਜਨਮ ਦਾ, ਕਿਤੇ ਪਤਾ ਨਹੀਂ ਕਿੰਨੇ ਕਿੰਨੇ ਜਨਮਾਂ ਦਾ ਇਕੱਠਾ ਸਿਮਰਨ ਹੋਇਆ ਹੁੰਦਾ। ਸਾਡਾ ਕੰਮ ਹੈ ਲੱਗੇ ਰਹਿਣਾ, ਕਿਸੇ ਨਾਲ ਅਸੀਂ ਈਰਖਾ ਨਹੀਂ ਕਰਨੀ ਹੈਗੀ, ਲੱਗੇ ਰਹਿਣਾ। ਅਗਲੇ ਦੀ ਪਤਾ ਕਿੰਨੇ ਜਨਮਾਂ ਦੀ ਕਮਾਈ ਹੁੰਦੀ ਹੈ। ਅੱਜ ਜਿਹੜੇ ਇਸ ਜਨਮ ਸੰਤ ਮਹਾਤਮ ਬਣ ਜਾਂਦੇ, ਇਹ ਨਹੀਂ ਕਿਸੇ ਜਨਮ 'ਚ ਹੀ ਹੋ ਗਏ, ਪਿਛਲੇ ਜਨਮਾਂ ਦੀ ਕਮਾਈ ਹੁੰਦੀ ਹੈ। ਇਸ ਜਨਮ 'ਚ ਰਲ ਕੇ ਤੇ ਫਿਰ ਸੰਤ ਮਹਾਤਮ ਬਣ ਗਏ। ਸੋ ਗੁਰੂ ਮਹਾਰਾਜ ਕਹਿੰਦੇ, ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ। ਜੇ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਹੋਵੇ ਤਾਂ ਮੰਦਾ ਕੋ, ਉਸ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ। ਅਜੇ ਕਿਉਂਕਿ ਸਾਡੀ ਅਵਸਥਾ ਹੀ ਨਹੀਂ ਹੈ ਜਿਸ ਅਵਸਥਾ ਤੇ ਜਾ ਕੇ ਲਾਈਨ ਲਿਖੀ ਹੋਈ ਹੈ। ਉਹ ਤੇ ਮੈਂ ਤੈਨੂੰ ਹੁਣੇ ਜਿਵੇਂ ਕਿਹਾ ਵੀ ਜਦੋਂ ਅੰਦਰ ਪਰਮਾਤਮਾ ਦਿਸ ਪਵੇਗਾ, ਸਾਰਿਆਂ ਦੇ ਵਿੱਚ ਪਰਮਾਤਮਾ ਹੀ ਦਿਸੇਗਾ। ਆ ਬਾਹਰਲੇ ਸਰੀਰ ਦਿਸਣੋਂ ਹਟ ਜਾਣਗੇ, ਅੰਦਰ ਪਰਮਾਤਮਾ ਦਾ ਉਹ ਦਿਸਣਾ ਸ਼ੁਰੂ ਹੋ ਜਾਏਗਾ। ਤੇ ਸਭ ਪਾਸੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉੱਥੇ ਜਾ ਕੇ ਸਮਝ ਆਏਗੀ ਇਸ ਲਾਈਨ ਦੀ। ਨਹੀਂ ਤੇ ਪਹਿਲਾਂ ਲਾਈਨ ਦੀ ਸਮਝ ਨਹੀਂ ਆਉਂਦੀ ਵੀ ਪਰਮਾਤਮਾ ਬਿਨਾਂ ਕੋਈ ਹੋਰ ਹੈ ਹੀ ਨਹੀਂ, ਤੇ ਅਸੀਂ ਕੀ ਹਾਂ? ਆ ਭੇਡ ਬੱਕਰੀਆਂ ਫਲਾਣੇ ਕੀ ਨੇ? ਬਾਣੀ ਲਿਖਿਆ ਪਰਮਾਤਮਾ ਬਿਨਾਂ ਹੋਰ ਕੁਝ ਹੈ ਹੀ ਨਹੀਂ, ਹੈ ਨਾ? ਅਜੀਬ ਲੱਗਦਾ, ਕਿਉਂਕਿ ਕਈ ਵਾਰੀ ਉੱਪਰਲੇ ਲੈਵਲ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਹੁਣ ਪ੍ਰਾਇਮਰੀ ਦਾ ਬੱਚਾ, ਉਹਨੂੰ ਐਮਏ ਵਾਲੀ ਗੱਲ ਨਹੀਂ ਸਮਝ ਆਵੇਗੀ। ਪ੍ਰੋਫੈਸਰ ਟੀਚਰ ਜਿੰਨਾ ਮਰਜ਼ੀ ਜ਼ੋਰ ਲਾ ਲਓ, ਉੱਪਰਲੇ ਲੈਵਲ ਦੀਆਂ। ਜਦੋਂ ਸਾਡਾ ਉਹ ਲੈਵਲ ਹੋ ਗਿਆ, ਫਿਰ ਸਾਨੂੰ ਸਮਝ ਆਏਗੀ ਕਿ ਵਾਕਈ ਜੋ ਲਿਖਿਆ ਹੈ ਠੀਕ ਹੈ, ਗੋਬਿੰਦ ਤੋਂ ਬਿਨਾਂ ਹੋਰ ਹੈ ਹੀ ਨਹੀਂ ਹੈ। ਨਾਮਦੇਵ ਨੂੰ ਕੁੱਤਾ ਨਹੀਂ ਦਿਸ ਰਿਹਾ, ਕੁੱਤਾ ਰੋਟੀ ਚੱਕ ਕੇ ਲੈ ਗਿਆ ਹੈ। ਜਦੋਂ ਮੈਂ ਇਹ ਪੜ੍ਹਿਆ, ਥੋੜ੍ਹੇ ਸਾਲ ਪਹਿਲਾਂ ਮੈਂ ਪੜ੍ਹਨਾ ਸ਼ੁਰੂ ਕੀਤਾ, ਤੇ ਇੱਕ ਦਿਨ ਮੈਂ ਦੁਪਹਿਰੇ ਸਕੂਲ ਆ ਕੇ ਰੋਟੀ ਪਕਾ ਰਿਹਾ ਸੀ। ਇੱਕ ਰੋਟੀ ਲਾ ਕੇ ਮੈਂ ਰੱਖੀ ਹੈ। ਮੈਂ ਲੈ ਵੀ ਜੇ ਹੁਣ ਕੁੱਤਾ ਮੇਰੀ ਰੋਟੀ ਲੈ ਜਾ ਚੱਕ ਕੇ, ਮੈਂ ਤਾਂ ਵੇਲਣਾ ਹੀ ਮਾਰਾਂਗਾ ਉਹਦੇ, ਵੀ ਮਸਾ ਹੀ ਨਹੀਂ ਗਰਮੀ 'ਚ ਰੋਟੀ ਪਕਾਏ ਤੂੰ ਚੱਕ ਕੇ ਲੈ ਗਿਆ। ਨਾਮਦੇਵ ਨੂੰ ਬਾਹਰੋਂ ਕੁੱਤਾ ਦਿਸ ਹੀ ਨਹੀਂ ਰਿਹਾ, ਉਹ ਤੇ ਭਗਵਾਨ ਅੰਦਰ ਦਿਸ ਰਿਹਾ ਵੀ ਉਹ ਇਹ ਤੇ ਭਗਵਾਨ ਨੇ ਕੁੱਤੇ ਦਾ ਰੂਪ ਧਾਰਨ ਕੀਤਾ ਹੋਇਆ। ਤਾਂ ਹੀ ਮਗਰ ਉਹ ਡੱਬਾ ਲੈ ਕੇ ਭੱਜੇ ਗਏ ਨਾ। ਭਗਵਾਨ ਜੀ ਠਹਿਰ ਜਾਓ, ਚੋਪੜ ਤਾਂ ਲੈਣ ਦਿਓ, ਰੁੱਖੀ ਕਿਉਂ ਖਾਓਗੇ? ਭਗਵਾਨ ਨੇ ਸੋਚਿਆ ਨਾ ਮੇਰੀ ਗੱਲ ਸਮਝ ਆ ਗਈ ਹੈ, ਕੁੱਤਾ ਖਲੋ ਗਿਆ ਹੈ, ਉਹ ਪ੍ਰਗਟ ਹੋ ਗਿਆ, ਭਗਵਾਨ ਦਰਸ਼ਨ ਹੋ ਗਏ। ਕਹਿੰਦੇ ਭਗਤ ਨਾਮਦੇਵ ਨੂੰ ਪਰਮਾਤਮਾ ਨੇ 72 ਵਾਰ ਦਰਸ਼ਨ ਦਿੱਤੇ। ਇਤਿਹਾਸ 'ਚ ਆਉਂਦਾ ਨਾਮਦੇਵ ਜੀ ਨੂੰ ਪਰਮਾਤਮਾ ਨੇ 72 ਵਾਰ ਦਰਸ਼ਨ ਦਿੱਤੇ। ਸੋ ਗੁਰੂ ਮਹਾਰਾਜ ਕਹਿੰਦੇ, ਇੱਕੋ ਹੁਕਮ ਵਰਤਦਾ ਏਕਾ ਸਿਰਕਾਰ। ਪਰ ਇੱਕੋ ਹੁਕਮ ਵਰਤਦਾ, ਪਰਮਾਤਮਾ ਦਾ ਹੁਕਮ ਹੀ ਸਭ ਥਾਂ ਤੇ ਵਰਤਦਾ ਹੈ। ਸਾਰਿਆਂ ਦੇ ਸਿਰ ਤੇ ਉਹਦਾ ਹੁਕਮ ਚੱਲ ਰਿਹਾ ਹੈ। ਉਹ ਜੋ ਕਾਰ ਜਿਸ ਕੰਮ ਤੇ ਮਨੁੱਖ ਨੂੰ ਲਾਇਆ ਹੋਇਆ, ਮਨੁੱਖ ਉਹੀ ਕੰਮ ਕਰਦਾ ਹੈ। ਤਾਂ ਹੀ ਗੁਰੂ ਜਿਤ ਜਿਤ ਲਾਵੋ ਜਿਤ ਜਿਤ ਲਾਵੋ। ਆਪ ਭਵਾਲੀ ਦਿੱਤੀਨ ਅੰਤਰ ਲੋਭ ਵਿਕਾਰਾ। ਭਵਾਲੀ ਹੁੰਦਾ ਭਵਾਟਣੀ। ਕਈ ਵਾਰ ਤੁਸੀਂ ਬੱਚੇ ਫੜ ਲੈਂਦੇ ਹੋ ਬਾਹਾਂ ਤੋਂ, ਉਹਨੂੰ ਐ ਘੁਮਾਉਂਦੇ ਹੋ, ਆਪਾਂ ਆਲੇ ਦੁਆਲੇ ਘੁਮਾਉਂਦੇ ਕਿ ਨਹੀਂ, ਉਹਨੂੰ ਭਵਾਟੜੀ ਕਹਿੰਦੇ, ਉਹਨੂੰ ਭਵਾਲੀ ਕਹਿੰਦੇ। ਇਹ 84 ਲੱਖ ਜੂਨਾਂ ਦੀ ਜਿਹੜੀ ਭਵਾਟਣੀ ਸਾਨੂੰ ਦੇਤੀ ਹੈ। ਚੱਲ ਵੀ ਕਦੇ ਕਿਸੇ ਜੂਨੀ, ਕਦੇ ਕਿਸੇ ਜੂਨੀ, ਕਦੇ ਕਿਸੇ ਜੂਨੀ। ਕਿਉਂ ਦਿੱਤੇ? ਕਿਉਂ ਸਾਨੂੰ ਜੂਨਾਂ 'ਚ ਭੇਜਦਾ ਹੈ? ਅੰਤਰ ਲੋਭ ਵਿਕਾਰਾ, ਕਿਉਂਕਿ ਸਾਡੇ ਅੰਦਰ ਲੋਭ ਹੈ, ਵਿਕਾਰ ਤੇ ਬੁਰਾਈਆਂ, ਸਾਡੇ ਅੰਦਰ ਬੁਰਾਈਆਂ ਨੇ। ਉਹ ਕਹਿੰਦੇ ਤੁਸੀਂ ਨਾਮ ਨਹੀਂ ਜਪਦੇ, ਨਾਮ ਨੇ ਅੰਦਰ ਬੁਰਾਈਆਂ ਕੱਢਣੀਆਂ ਸਨ, ਨਾਮ ਜਪਦੇ ਨਹੀਂ, ਬੁਰਾਈਆਂ ਖਤਮ ਨਹੀਂ ਹੁੰਦੀਆਂ। ਉਹ ਕਹਿੰਦੇ ਚੰਗਾ ਫਿਰ ਲਾਈ ਜਾਓ ਹੁਣ ਕਿਹੜੇ। ਇੱਕ ਆਪੇ ਗੁਰਮੁਖ ਕੀਤਿਆਨ ਬੂਝਨ ਵਿਚਾਰ। ਇੱਕ ਅਸਲ ਜਿਹੜਾ ਗ੍ਰਾਮਰ ਅਨੁਸਾਰ ਹੈ, ਕੱਕੇ ਨੂੰ ਸਿਹਾਰੀ ਚਾਹੀਦੀ ਸੀ। ਇੱਕ ਆਪੇ ਗੁਰਮੁਖ ਕੀਤੇ ਨੇ, ਕਈਆਂ ਨੂੰ ਪਰਮਾਤਮਾ ਨੇ ਗੁਰਮੁਖ ਬਣਾ ਦਿੱਤਾ ਹੈ। ਬੂਝਨ ਵਿਚਾਰਾ, ਉਹ ਰੱਬੀ ਵਿਚਾਰ ਨੂੰ ਸਮਝਦੇ ਹਨ। ਉਹ ਰੱਬੀ ਵਿਚਾਰ ਨੂੰ ਸਮਝਦੇ ਨੇ ਕਿ ਪਰਮਾਤਮਾ ਦਾ ਕੀ ਹੁਕਮ ਹੈ। ਭਗਤ ਵੀ ਉਹਨਾਂ ਨੂੰ ਬਖਸ਼ੀਆਂ ਅੰਤਰ ਭੰਡਾਰਾ। ਇਹੋ ਜਿਹੇ ਗੁਰਮੁਖਾਂ ਨੂੰ ਫਿਰ ਪਰਮਾਤਮਾ ਭਗਤੀ ਦੀ ਦਾਤ ਦਿੰਦਾ ਹੈ। ਉਹਨਾਂ ਦੇ ਅੰਦਰ ਨਾਮ ਦਾ ਭੰਡਾਰਾ ਹੋ ਜਾਂਦਾ ਹੈ, ਨਾਮ ਧਾਨ ਉਹਨਾਂ ਦੇ ਅੰਦਰ ਇਕੱਠਾ ਹੋ ਜਾਂਦਾ ਹੈ।
ਗਿਆਨੀਆਂ ਨੂੰ ਸਭ ਸੱਚ ਹੈ, ਸੱਚ ਸੋਝੀ ਹੋਈ। ਗਿਆਨੀਆਂ ਲਈ ਸਾਰਾ ਕੁਝ ਸੱਚ ਹੈ, ਕਿਉਂਕਿ ਉਹਨਾਂ ਨੂੰ ਪਰਮਾਤਮਾ ਦੀ ਸੋਝੀ ਹੋ ਗਈ ਹੈ। ਪਰਮਾਤਮਾ ਸੱਚ ਹੈ, ਇਸ ਲਈ ਉਹਦਾ ਬਣਾਇਆ ਹੋਇਆ ਸਭ ਕੁਝ ਸੱਚ ਹੈ। ਗਿਆਨੀਆਂ ਨੂੰ ਧਾਰਮਿਕ ਗ੍ਰੰਥ ਪੜ੍ਹ ਕੇ ਜਿਹੜੇ ਗਿਆਨ ਹਾਸਲ ਕੀਤੇ, ਇਹਨਾਂ ਨੂੰ ਗਿਆਨੀ ਨਹੀਂ ਕਹਿੰਦੇ। ਸਾਡੇ ਵਰਗੇ ਪਰਮਾਤਮਾ ਦੀ ਨਜ਼ਰਾਂ 'ਚ ਗਿਆਨੀ ਨਹੀਂ ਹੈਗੇ। ਗਿਆਨੀ ਉਹ ਹੁੰਦੇ ਜਿਹਨਾਂ ਪਰਮਾਤਮਾ ਦਾ ਗਿਆਨ ਹੋ ਜਾਂਦਾ ਹੈ। ਧਰਮ 'ਚ ਗਿਆਨੀ ਉਹਨੂੰ ਕਿਹਾ ਗਿਆ। ਸੋ ਗਿਆਨੀਆਂ ਨੂੰ ਕਿ ਸੱਚ ਸੋਝੀ ਹੋਈ, ਪਰਮਾਤਮਾ ਦੀ ਸੋਝੀ ਹੋ ਜਾਂਦੀ ਹੈ। ਇਸ ਲਈ ਉਹਨਾਂ ਨੂੰ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ। ਓਏ ਭੁਲਾਏ ਕਿਸੇ ਦੇ ਨਾ ਭੁੱਲਣੀ, ਸੱਚ ਜਾਣਨ ਸੋਈ। ਓਏ ਬਹੁਵਚਨ ਹੈ। ਉਹ ਕਹਿੰਦੇ ਭੁਲਾਇਆ ਭੁੱਲਦੇ ਨਹੀਂ ਹੈਗੇ। ਜੇ ਕੋਈ ਕਹਿੰਦੇ ਨੇ ਰੱਬ ਰੂਬ ਕੋਈ ਨਹੀਂ ਹੈਗਾ, ਐਵੇਂ ਮਾਰੀ ਦੀਆਂ ਗੱਲਾਂ, ਕਿੱਥੇ ਰੱਬ ਹੈ, ਇਹ ਹੈ ਉਹ ਨਹੀਂ, ਉਹਨਾਂ ਦੀ ਗੱਲਾਂ 'ਚ ਨਹੀਂ ਆਉਂਦੇ। ਉਹ ਸਿੱਖ ਨੂੰ ਕਿਸੇ ਦੀ ਗੱਲਾਂ 'ਚ ਨਹੀਂ ਆਉਣਾ ਚਾਹੀਦਾ। ਸਿੱਖ ਉਹ ਹੈ ਜਿਹੜਾ ਗੁਰੂ ਦੀ ਗੱਲ ਤੇ ਵਿਸ਼ਵਾਸ ਕਰਦਾ ਹੈ, ਉਸ ਨੂੰ ਸਿੱਖ ਕਿਹਾ ਜਾਂਦਾ। ਜੇ ਗੁਰੂ ਦੀ ਗੱਲ ਤੇ ਵਿਸ਼ਵਾਸ ਹੀ ਨਹੀਂ, ਫਿਰ ਕਾਹਦਾ ਸਿੱਖ? ਚੇਲਾ ਤਾਂ ਉਹੀ ਹੁੰਦਾ ਜਿਹੜਾ ਆਪਣੇ ਗੁਰੂ ਤੇ ਵਿਸ਼ਵਾਸ ਰੱਖਦਾ ਹੈ। ਸੋ ਸਿੱਖ ਨੂੰ ਦੋ ਗੱਲਾਂ ਜ਼ਰੂਰ ਯਾਦ ਰੱਖਣੀਆਂ ਚਾਹੀਦੀਆਂ ਕਿ ਬਾਣੀ ਜੋ ਕਹਿੰਦੀ ਸੱਚ ਕਹਿੰਦੀ ਹੈ, ਤੇ ਜੋ ਬਾਣੀ ਕਹਿੰਦੇ ਸਾਡੇ ਭਲੇ ਲਈ ਕਹਿੰਦੀ ਹੈ। ਯਾਦ ਰੱਖਣੀ, ਬਾਣੀ ਜੋ ਕਰੇ ਸਾਡੇ ਭਲੇ ਲਈ ਕਰੇ। ਟੀਚਰ ਹੈ ਵਿਦਿਆਰਥੀ ਦੇ ਭਲੇ ਲਈ ਕਹਿੰਦਾ ਹੈ, ਮਾਤਾ ਪਿਤਾ ਨੇ ਬੱਚੇ ਦੇ ਭਲੇ ਲਈ ਕਹਿੰਦੇ ਨੇ, ਉਪਦੇਸ਼ ਕਰਨ ਵਾਲੇ ਸੰਗਤ ਦੇ ਭਲੇ ਲਈ ਕਹਿੰਦੇ ਨੇ। ਪਰਮਾਤਮਾ ਵੀ, ਸੰਤ ਮਹਾਤਮਾ ਸਭ ਭਲੇ ਲਈ ਕਰਦੇ ਨੇ, ਭਲਾ ਹੋਵੇ। ਹੁਣ ਦਾ ਮੁੱਖ ਉਦੇਸ਼ ਮਾਇਆ ਕਮਾਉਣਾ ਨਹੀਂ ਹੁੰਦਾ। ਉਹ ਤਾਂ ਹੁਣ ਜਿੱਥੇ ਜਾਂਦੇ ਨੇ, ਤੁਸੀਂ ਆਪ ਹੀ ਸੋਚੋ ਵੀ ਵਾਲੀ ਗੱਡੀ ਵੀ ਹੈ, ਪੈਟਰੋਲ ਵੀ ਫੁਕਣਾ ਹੈ, ਨਾਲ 4-5 ਬੰਦੇ ਵੀ ਹੈਗੇ। ਹਾਂਜੀ, ਉਹਨਾਂ ਟਾਈਮ ਵੀ ਲਾਉਣਾ, ਸਭ ਕੁਝ ਪੈਟਰੋਲ ਫੂਕ ਕੇ ਜਾਣਾ। ਤਾਂ ਫਿਰ ਜਿੱਥੇ ਜਾਂਦੇ ਨੇ ਉਹ ਫਿਰ ਕਹਿੰਦੇ ਵੀ ਭਾਈ ਇਹਨਾਂ ਦਾ ਖਰਚ ਵੀ ਤਾਂ ਹੋਇਆ, ਇਹਨਾਂ ਕੋਈ ਦੇ ਕੇ ਤੋਰਨਾ ਚਾਹੀਦਾ ਹੈ। ਫਿਰ ਖਾਲੀ ਨਹੀਂ ਤੋਰਦੇ। ਜਿੰਨੀ ਕੁ ਗੁਰਦੁਆਰੇ ਵਾਲਿਆਂ ਦੀ ਸਮਰੱਥਾ ਹੁੰਦੀ ਆ, ਉਹਨਾਂ ਕੁ ਦੇ ਕੇ ਤੋਰ ਦਿੰਦੇ ਨੇ ਉਹਨਾਂ ਨੂੰ। ਜੇ ਅਸੀਂ ਕੋਈ ਸੰਤ ਮਹਾਤਮਾ ਚਾਹੇ ਘੰਟਾ ਬੋਲੋ, 1.5 ਅਸੀਂ 10,000 ਨੂੰ ਦੇ ਕੇ ਤੋਰਦੇ ਵੀ ਚਲੋ ਭਾਈ ਆਏ ਨੇ, ਟਾਈਮ ਕੱਢ ਕੇ ਆਏ ਨੇ, ਘੰਟਾ ਡੇਢ ਇੱਥੇ ਲਾਇਆ ਹੈ, 5 ਚੇਲੇ ਬਲ ਕੇ ਨਾਲ ਆਏ ਨੇ। ਜੇ ਕੋਈ ਬਹੁਤਾ ਦੂਰ ਆਇਆ ਫਿਰ ਉਹਨੂੰ ਉਹ ਵੱਧ ਵੀ ਦਿੱਤੇ ਜਾਂਦੇ ਵੀ ਇਹਦਾ ਕਿਰਾਇਆ ਜ਼ਿਆਦਾ ਲੱਗਾ ਹੈ। ਵੈਸੇ ਅਸੀਂ ਬਹੁਤੇ ਦੂਰ ਦੇ ਨੂੰ ਸਾਦੇ ਨਹੀਂ, ਨੇੜੇ 100 ਕਿਲੋਮੀਟਰ ਦੇ ਵਿੱਚ ਜਿੰਨੇ ਸੰਤ ਮਹਾਤਮਾ ਉਹਨਾਂ ਨੂੰ ਸਾਦੇ ਨਹੀਂ ਸਾਦੇ। ਸੋ ਗੁਰੂ ਮਹਾਰਾਜ ਕਹਿੰਦੇ ਓਏ ਭੁਲਾਏ ਕਿਸੇ ਦੇ ਨਾ ਭੁੱਲਣੀ, ਸੱਚ ਜਾਣਨ ਸੋਈ। ਉਹ ਪਰਮਾਤਮਾ ਨੂੰ ਜਾਣ ਲੈਂਦੇ ਨੇ, ਇਸ ਲਈ ਕਿਸੇ ਦੇ ਭੁਲਾਇਆ ਉਹ ਪਰਮਾਤਮਾ ਨੂੰ ਭੁੱਲਦੇ ਨਹੀਂ ਹੈਗੇ। ਘਰ ਮੈਂ ਪੰਚ ਵਰਤਦੇ ਪੰਚੇ ਵਿਚਾਰੀ, ਨਾਨਕ ਬਿਨ ਸਤਿਗੁਰ ਵਸ ਨਾ ਆਵਨੀ, ਨਾਮ ਹਉਮੈ ਮਾਰੀ। ਇਹ ਘਰ 'ਚ 5 ਵਸਦੇ ਨੇ ਸਾਡੇ ਹਿਰਦੇ 'ਚ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ 5 ਵਸਦੇ ਨੇ। ਇਹਨਾਂ 5 ਦੇ ਅੱਡ ਅੱਡ ਵਿਚਾਰ ਨੇ। ਕੋਈ ਸਾਨੂੰ ਕਿਸੇ ਪਾਸੇ ਖਿੱਚਦਾ ਹੈ, ਕੋਈ ਸਾਨੂੰ ਕਿਸੇ ਪਾਸੇ ਖਿੱਚਦਾ ਹੈ। ਇਹ 5 ਹਰ ਇੱਕ ਦੇ ਅੰਦਰ ਨੇ, ਕੀੜੇ ਤੋਂ ਲੈ ਕੇ ਹਾਥੀ ਦੇ ਅੰਦਰ ਇਹ 5 ਚੀਜ਼ਾਂ ਹਨ। ਇਹਨਾਂ ਨੇ ਲਿਖਿਆ ਇੰਸਟਿੰਕਟ, ਜਨਮਜਾਤ ਪ੍ਰਵਿਰਤੀਆਂ ਨੇ। ਜਨਮ ਤੋਂ ਹੀ ਇਹ 5 ਚੀਜ਼ਾਂ ਹਰ ਇੱਕ ਜੀਵ ਦੇ ਵਿੱਚ ਹੁੰਦੀਆਂ ਹਨ, ਛੋਟੇ ਤੋਂ ਛੋਟੇ ਜੀਵ ਤੋਂ ਲੈ ਕੇ ਵੱਡੇ ਤੋਂ ਵੱਡੇ ਲੈ ਕੇ। ਇੰਨੇ ਕਿਸੇ ਜੀਵ 'ਚ ਕੋਈ ਚੀਜ਼ ਪ੍ਰਬਲ ਹੁੰਦੀ ਹੈ, ਕਿਸੇ 'ਚ ਕੋਈ ਪ੍ਰਬਲ ਹੁੰਦੀ ਹੈ। ਗੁਰਬਾਣੀ ਕਹਿੰਦੀ ਕਿਸੇ 'ਚ ਕਾਮ ਪ੍ਰਬਲ ਹੈ, ਕਿਸੇ 'ਚ ਕ੍ਰੋਧ ਹੈ, ਕਿਸੇ 'ਚ ਲੋਭ ਹੈ, ਕਿਸੇ 'ਚ ਮੋਹ ਹੈ, ਕਿਸੇ 'ਚ ਹੰਕਾਰ ਹੈ। ਪਰ ਕਹਿੰਦੇ ਸਿਆਪਾ ਤੇ ਬੰਦੇ 'ਚ 5 ਹੀ ਨੇ। ਕਹਿੰਦੇ ਉਹ ਤੇ ਇੱਕ ਦੋਖ ਕਾਰਨ ਬਰਬਾਦ ਹੋ ਗਏ ਹਨ, ਤੇ ਜਿਹਦੇ ਤੱਕ 5 ਨੇ ਉਹਦੇ ਬਚਣ ਦੇ ਕਿੱਥੋਂ ਸੰਭਾਵਨਾ। ਸਾਡੇ ਅੰਦਰ ਦੇ 5 ਹੀ ਨੇ। ਗੁਰਬਾਣੀ ਕਹਿੰਦੇ ਤੇਰਾ ਬਚਣਾ ਬਹੁਤ ਔਖਾ ਹੈ। ਵੀ ਠੀਕ ਹੈ। ਰਤੀ ਕਿ ਰੱਬ ਵੱਲੋਂ ਧਿਆਨ ਇੱਧਰ ਉੱਧਰ ਗਿਆ ਨਹੀਂ, ਇੱਧਰ ਨੂੰ ਧਿਆਨ ਆਇਆ ਨਹੀਂ। ਜਿਉਂ ਹੀ ਤੁਸੀਂ ਸਿਮਰਨ ਕਰਦੇ ਹੋ ਧਿਆਨ ਹੋਰ ਪਾਸੇ ਨੂੰ ਗਿਆ ਨਹੀਂ, ਸਿਮਰਨ ਭੁੱਲ ਭੁਲਾ ਜਾਂਦਾ, ਪਤਾ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ।
ਇਸ ਲਈ ਜੇ ਰੱਬ ਵੱਲੋਂ ਧਿਆਨ ਹਟੇਗਾ ਤਾਂ ਇਹਨਾਂ ਚੀਜ਼ਾਂ ਵੱਲ ਜਾਏਗਾ। ਫਿਰ ਅੱਗੇ ਕਹਿੰਦੇ ਨਾਨਕ ਬਿਨ ਸਤਿਗੁਰ ਵਸ ਨਾ ਆਵਨੀ ਨਾਮ ਹਉਮੈ ਮਾਰੇ। ਇਹ ਜਿਹੜੇ ਹਉਮੈ ਦੇ ਪੰਜੇ ਪੁੱਤਰ ਨੇ, ਹਉਮੈ ਇਹਨਾਂ ਦੀ ਮਾਂ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜੇ ਪੁਲਿੰਗ ਨੇ। ਹਉਮੈ ਜਿਹੜਾ ਇਸਤਰੀ ਲਿੰਗ ਹੈ। ਇਹ ਪੰਜੇ ਪੁੱਤਰ ਨੇ, ਹਉਮੈ ਇਹਨਾਂ ਦੀ ਮਾਂ ਹੈ। ਧਰਮ ਕਹਿੰਦਾ ਜੇ ਮਾਂ ਮਰ ਗਈ ਨਾ ਆਪਣੇ ਆਪ ਹੀ ਮਰ ਜਾਣਾ। ਇਹਨਾਂ ਦੀ ਹੋਂਦ ਮਾਂ ਕਾਰਨ ਹੈ। ਜੇ ਮਾਂ ਨਹੀਂ ਰਹੇਗੀ ਇਹ ਵੀ ਨਹੀਂ ਰਹਿਣਗੇ। ਇਸ ਲਈ ਨਾਮ ਨਾਲ ਹਉਮੈ ਖਤਮ ਕਰਨੀ ਹੈ। ਜਦੋਂ ਹਉਮੈ ਖਤਮ ਹੋ ਗਈ ਬਸ ਆਪੇ ਵਸ ਚੱਲ ਜਾਣਾ। ਨਾਨਕ ਬਿਨ ਸਤਿਗੁਰ ਵਸ ਨਾ ਆਵਨੀ। ਇਹ ਗੁਰੂ ਤੋਂ ਬਿਨਾਂ ਇਹ ਵਸ 'ਚ ਨਹੀਂ ਆਉਂਦੇ। ਕਿਉਂ? ਨਾਮ ਹਉਮੈ ਮਾਰੀ। ਨਾਮ ਰਾਹੀਂ ਹਉਮੈ ਨੂੰ ਮਾਰਿਆ ਜਾਂਦਾ, ਖਤਮ ਕੀਤਾ ਜਾਂਦਾ। ਫਿਰ ਇਹ ਆਪੇ ਪੰਜੇ ਖਤਮ ਹੋ ਜਾਂਦੇ ਹਨ। ਜਿਉਂ ਜਿਉਂ ਪਪੜੀ ਜੀ ਨੇ ਸਮਝ ਆਈਦੇ ਵੀ ਨਾਮ ਹੀ ਸਾਰੀ ਗੱਲਬਾਤ ਅਸਲ ਹੈ। ਸਭ ਚੀਜ਼ ਦਾ ਹੱਲ ਜਿਹੜਾ ਹੈ ਨਾਮ ਦਿੱਤਾ ਹੋਇਆ ਹੈ। ਇਸ ਲਈ ਜਿੰਨਾ ਵੀ ਸਮਾਂ ਮਿਲੇ ਨਾਮ ਜਪਦੇ ਰਹਿਣਾ ਹੁੰਦਾ, ਆਪੇ ਫਿਰ ਪਰਮਾਤਮਾ ਦੀ ਕਿਰਪਾ ਹੁੰਦੀ ਰਹਿੰਦੀ ਹੈ। ਕਿਉਂਕਿ ਨਾਮ ਜਪਣ ਦਾ ਮਤਲਬ ਅਸੀਂ ਰੱਬ ਨੂੰ ਪਿਆਰ ਕਰਦੇ ਹਾਂ। ਉਸੇ ਦਾ ਹੀ ਨਾਮ ਜਪਿਆ ਜਾਂਦਾ ਹੈ। ਦੋ ਕਾਰਨਾਂ ਕਰਕੇ ਨਾਮ ਜਪਿਆ ਜਾਂਦਾ ਹੈ। ਇੱਕ ਤੇ ਸਵਾਰਥ ਕਾਰਨ, ਬਈ ਸਾਡਾ ਇਹ ਕੰਮ ਹੋ ਜੇ ਇਹ ਕਰਕੇ। ਇੱਕ ਤੇ ਸਵਾਰਥ ਕਾਰਨ, ਇੱਕ ਪਿਆਰ ਕਾਰਨ ਹੈ। ਜਦੋਂ ਪਿਆਰ ਕਾਰਨ ਨਾਮ ਜਪਿਆ ਜਾਏਗਾ, ਪਿਆਰ ਕਾਰਨ ਬਾਣੀ ਪੜ੍ਹੀ ਜਾਏਗੀ ਨਾ, ਫਿਰ ਰੱਬ ਕਿਸੇ ਵੇਲੇ ਵੀ ਮਿਲ ਸਕਦਾ ਹੈ। ਅਜੇ ਤਾਂ ਸਿਆਪਾ 90% ਸਾਡੇ ਸਵਾਰਥ ਪਿੱਛੇ ਅਸੀਂ ਬਾਣੀ ਪੜ੍ਹਦੇ ਹਾਂ ਵੀ ਆਹ ਹੋ ਜੇ ਸਾਡਾ, ਆਹ ਹੋ ਜੇ, ਆਹ ਹੋ ਜੇ। ਜਦੋਂ ਗੁਰਦੁਆਰੇ ਸਿਰ ਗੁਰੂ ਦੇ ਦਰਸ਼ਨ ਲਈ ਜਾਓਗੇ, ਕੁਝ ਮੰਗੋਗੇ ਨਹੀਂ, ਫਿਰ ਗੁਰੂ ਕਹੇ ਹਾਂ ਇਹ ਮੈਨੂੰ ਪਿਆਰ ਕਰਦਾ, ਇਹ ਸਵੇਰੇ ਸਵੇਰੇ ਦਰਸ਼ਨ ਕਰਨਾ ਹੈ। ਅਸੀਂ ਤਾਂ ਗੁਰੂ ਨੂੰ ਮੱਥਾ ਵੀ ਨਹੀਂ ਟੇਕਦੇ। ਸਾਨੂੰ ਤਾਂ ਐਟੀਕੇਟ ਨਹੀਂ ਆਉਂਦੇ ਕਿ ਜੇ ਵੱਡੇ ਨੂੰ ਮਿਲਣ ਜੇ ਪਹਿਲੇ ਜਾ ਕੇ ਮੱਥਾ ਟੇਕੀ ਨਾ, ਪਹਿਲੇ ਮੰਗਣਾ ਸ਼ੁਰੂ ਕਰ ਜਾਂਦੇ ਹੀ ਮੰਗਣਾ ਮੰਗ ਮੂੰਹ ਕੇ ਫਿਰ ਮੱਥਾ ਟੇਕਦੇ। ਕਿਸੇ ਅਫਸਰ ਦੇ ਜੇ ਕਿਤੇ ਦਫ਼ਤਰ ਤੁਸੀਂ ਜਾਓ, ਜਾਂਦੇ ਹੀ ਕਹਿੰਦੇ ਜੀ ਮੇਰਾ ਕੰਮ ਕਰ ਦਿਓ। ਪਹਿਲਾਂ ਉਹਨੂੰ ਗੁੱਡ ਮਾਰਨਿੰਗ, ਕੋਈ ਮੈਡਮ ਜੀ ਸਤਿ ਸ੍ਰੀ ਅਕਾਲ ਜੀ, ਕੋਈ ਰਾਮ ਰਾਮ, ਕੁਛ ਤੇ ਕਰੋਗੇ ਨਾ। ਉਹ ਜਿਹੜਾ ਅਫਸਰਾਂ ਦਾ ਅਫਸਰ ਹੈ ਉਹਨੂੰ ਮੱਥਾ ਪਹਿਲਾਂ ਨਹੀਂ ਟੇਕਦੇ, ਅਫਸਰ ਨੂੰ ਪਹਿਲਾਂ ਮੱਥਾ ਟੇਕ ਰਹੇ, ਉਹਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ। ਅਫਸਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਿਹੜਾ ਅਫਸਰਾਂ ਦਾ ਅਫਸਰ ਹੈ ਉਹਨੂੰ ਉਹ ਤੋਂ ਜ਼ਿਆਦਾ ਹੀ ਮੰਗਣਾ ਸ਼ੁਰੂ ਕਰ ਦਿੰਦੇ। ਦੱਸ ਵੀ ਭਲੇ ਮਾਨਸੋ, ਇੱਕ ਮਰਿਆਦਾ ਵੀ ਜਾਂਦੇ ਮੰਗਣਾ ਸ਼ੁਰੂ ਕਰ ਦਿਓ ਜੀ। ਬੀਬੀਆਂ ਮੈਨੂੰ ਕਹਿੰਦੇ ਇੱਕ ਬੀਬੀ ਪ੍ਰਿੰਸੀਪਲ ਆ ਲੱਗੀ। ਆਪਣੇ ਸੁਭਾਅ ਬੀਬੀਆਂ ਦੀ ਬੀਬੀਆਂ ਨੇ ਬਣਦੀ ਨਹੀਂ ਹੈਗੀ। ਬੀਬੀਆਂ ਚਾਹੁੰਦਾ ਬੰਦਾ ਭਾਈ ਪ੍ਰਿੰਸੀਪਲ ਹੋਣਾ ਚਾਹੀਦਾ। ਬੀਬੀਆਂ ਬੀਬੀ ਪ੍ਰਿੰਸੀਪਲ ਨੂੰ ਪਸੰਦ ਨਹੀਂ ਕਰਦੀਆਂ। ਇਹ ਆਪਸ ਵਿੱਚ ਬਣਦੀ ਨਹੀਂ ਇਹਨਾਂ ਦੀ। ਉਹ 2-3 ਮਹੀਨੇ ਬਾਅਦ ਮੈਨੂੰ ਕਹਿੰਦਾ ਜੈਮਲ ਸਿੰਘ ਜੀ ਵੀ ਤੁਹਾਡੇ ਨਾਲ ਕਦੇ ਨਹੀਂ ਲੜੀ, ਸਾਡੇ ਤੋਂ ਟੁੱਟ ਕੇ ਪੈਂਦੀ। ਮੈਂ ਤੁਹਾਡਾ ਵੀ ਹਾਲ ਨਾ ਬਸ ਲੋਕਾਂ ਵਾਲਾ ਗੁਰੂ ਤੋਂ ਜਾ ਕੇ ਮੰਗਣਾ ਸ਼ੁਰੂ ਕਰ ਦਿਓ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਮੈਂ ਉਹ ਵਿਚਾਰੀ ਪਜ਼ਲ ਹੋਈ ਹੋਈ ਹੈ ਘਰੋਂ, ਉਹਨਾਂ ਦੀ ਹਸਬੈਂਡ ਵਾਈਫ ਦੀ ਆਪਸ ਚ ਬਣਦੀ ਨਹੀਂ। ਉਹ ਪਜ਼ਲ ਹੋਈ ਹੋਈ ਹੈ। ਪਜ਼ਲ ਹੋਈ ਹੋਈ ਹੁਣ ਕਰਕੇ ਤਾਂ ਪੁੱਠੇ ਸਲਵਾਰ ਪਾਉਂਦੀ ਵਿਚਾਰੀ, ਪਜ਼ਲ ਹੋਈ ਹੈ, ਪੁੱਠੀ ਪਾਉਂਦੀ। ਇੱਕ ਦੇ ਪੁੱਠੀ ਸਲਵਾਰ ਪਾ ਕੇ ਸਟੇਜ ਤੇ ਖੜੀ, ਬੀਬੀ ਹੀ ਕਰੀ ਜਾਣ। ਮੈਂ ਕੰਨ ਦੇ ਕੋਲ ਜਾ, ਮੈਂ ਚਲੋ ਹੁਣ ਤੱਕ ਕੀ ਕਹਿਣਾ ਸਟੇਜ ਤੇ। ਮੈਂ ਜਦੋਂ ਚਲੇ ਕੇ ਦਫ਼ਤਰ ਮੈਂ ਗਿਆ, ਮੈਂ ਭੈਣ ਜੀ ਵੀ ਬੇਨਤੀ ਹੈ ਵੀ ਜਿਹੜੀ ਤੁਹਾਡੀ ਸਲਵਾਰ ਨੇ ਪੁੱਠੀ ਹੈ, ਜੋ ਦੇਖੀ ਕਦੇ ਉਹ। ਮੈਂ ਪੀਣ ਤੋਂ ਦਰਵਾਜ਼ਾ ਬੰਦ ਕਰ, ਮੈਂ ਪੀਣ ਨੂੰ ਕਿਹਾ ਭਾਈ ਦਰਵਾਜ਼ਾ ਬੰਦ ਕਰ ਦੇ, ਮੈਂ ਚੱਲਿਆ ਤੇ ਆਪਣੇ ਕੱਪੜੇ ਬਦਲ ਲੈ। ਫਿਰ ਆ ਨਾ ਹੱਸੀ ਜਾ ਰਹੀ ਸਟੇਜ ਤੇ, ਮੈਡਮ ਨੇ ਪੁੱਠੀ ਸਲਵਾਰ ਪਾਈ ਹੋਈ ਹੈ। ਮੈਂ ਕਿਹਾ ਮੈਨੂੰ ਭੇਜ ਸੀ, ਮੈਂ ਜਾਣਾ ਪਹਿਲਾਂ। ਸਤਿ ਸ੍ਰੀ ਅਕਾਲ ਮੈਡਮ ਜੀ, ਸਤਿ ਸ੍ਰੀ। ਜਾਂਦਾ ਮੈਂ ਆਪਣੇ ਖਾਲੀ ਪੀੜ ਚ ਲੱਗੇ ਚ ਨਹੀਂ ਸੀ ਜਾਂਦਾ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਹਾਲਾਂਕਿ ਮੈਨੂੰ ਪਤਾ ਇਹਦੇ ਬੱਚੇ ਪੁਰਾਣੀ ਜਮਾਤ ਪੜ੍ਹਦੇ, ਸਭ ਕੁਝ ਪਤਾ ਹੈ। ਮੈਂ ਜੀ ਹੋਰ ਤੁਹਾਡੇ ਬੱਚਿਆਂ ਦਾ ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੈ ਜੀ। ਉਹ ਫਿਰ ਗੁੱਡੀ ਤੁਹਾਡਾ ਮੁੰਡਾ ਹੁਸ਼ਿਆਰ ਹੈ, ਕੁੜੀ ਹੁਸ਼ਿਆਰ ਹੈ? ਨਹੀਂ ਕੁੜੀ ਹੁਸ਼ਿਆਰ ਹੈ। ਮੈਂ ਚਲੋ ਕੋਈ ਨਹੀਂ, ਮੁੰਡਾ ਵੀ ਹੌਲੀ ਹੌਲੀ ਪਿਆਰ ਨਾਲ ਉਹਨੂੰ ਵੀ ਸਮਝਾਓ। ਕਰਦੇ ਦੇਖਿਆ ਵੀ ਹੁਣ ਇਹ ਠੀਕ ਹੈ ਇਸ ਵੇਲੇ।
फिर मैडम जी आ काम करना लियो जी दस करवा के आ जाएगा। सो इसलिए पहला गुरु कोले जाओ मत्था टेको, उस तो बाद फिर मंगो खड़े होके। ये नहीं कि जाते ही मंगना शुरू कर दो। तुसी अफसर लगे हुए, कोई कर्मचारी आंदा है, कोई तुहानू सत श्री अकाल नहीं बुलांदा, गल नहीं कोई बात नहीं आउंदी, कहता आ मेरा काम करियो जी सर जी, क्योंकि इनू अकल नहीं है। कोई जरा नमस्कार करने, कोई सत श्री अकाल, कोई गुड मॉर्निंग करना, कुछ भी नहीं है। बस इनू कहते एटिकेट इंग्लिश, चज आचार। ਅਸੀਂ नेरी बाणी ਦੇ ਅਸ नहीं करने, चज आचार भी सिखाना है, ਤਾਂ ਜੋ ਸਾਡਾ ਜੀਵਨ ਇਹ ਕਲਾਸ ਹੋ ਜਾਏ। ਵਧੀਆ ਜੀਵਨ ਹੀ ਜਿਹੜਾ ਹੈ ਸੁਖੀ ਜੀਵਨ ਹੁੰਦਾ। ਕੁਚੱਜੇ ਜੀਵਨ ਸੁਖੀ ਨਹੀਂ ਹੋਇਆ ਕਰਦੇ। ਗੁਰ ਮਿਲ ਚੱਜ ਆਚਾਰ ਸਿੱਖ। ਕੁਝ ਗੁਰੂ ਤੋਂ ਮਿਲਦੇ ਚੱਜ ਆਚਾਰ, ਕੁਝ ਸਿਆਣੇ ਬੰਦਿਆਂ ਤੋਂ ਮਿਲਦੇ ਨੇ। ਅਗਰ ਸਿਆਣੇ ਬੰਦੇ ਕਿਤੇ ਸੰਗਤ ਪ੍ਰਾਪਤ ਹੋ ਜਾਏ, ਕਿੰਨਾ ਕੁਝ। ਮੈਨੂੰ ਇੱਕ ਬਹੁਤ ਵਧੀਆ ਭਰਾ ਦੀ ਸੰਗਤ ਮਿਲ ਗਈ 6ਵੀਂ 7ਵੀਂ 'ਚ। ਮੈਨੂੰ ਉਹ ਗੱਲਾਂ ਪਤਾ ਲੱਗ ਗਿਆ ਜਿਹੜੇ ਵੱਡੀ ਵੱਡੀ ਉਮਰ ਵਾਲਿਆਂ ਨੂੰ ਨਹੀਂ ਸੀ ਜਾ ਕੇ ਪਤਾ ਲੱਗਾ ਵੀ ਕਿਵੇਂ ਬੋਲ ਚਾਲ ਕਰਨੀ ਹੈ, ਕਿਵੇਂ ਤੁਰਨਾ ਹੈ, ਕਿਹਦੇ ਨਾਲ ਤੁਰ ਰਹੇ ਹਾਂ ਅਸੀਂ, ਅੱਗੇ ਤੁਰਨਾ ਹੈ, ਪਿੱਛੇ ਤੁਰਨਾ ਹੈ, ਬਰਾਬਰ ਤੁਰਨਾ ਹੈ। ਉਹ ਸਾਰਾ ਸਮਝਾਉਂਦੇ ਰਹਿੰਦੇ ਸਨ। ਮੈਂ ਉਹਨਾਂ ਦਾ ਧੰਨਵਾਦੀ ਹਾਂ। ਮੈਂ ਆਪਣੇ ਪਿਤਾ ਦਾ ਤੇ ਆਪਣੇ ਭਰਾ ਦਾ ਬਹੁਤ ਬਹੁਤ ਧੰਨਵਾਦੀ ਹਾਂ। ਦੋਨਾਂ ਨੇ ਬੜੀ ਮੈਨੂੰ ਸਿੱਖਿਆ ਦਿੱਤੀ, ਚਾਜੇ ਚਾਰ ਸਿਖਾਏ। ਸੋ ਤਾਂ ਹੈ ਮੈਨੂੰ ਫਿਰ ਹੈਰਾਨੀ ਹੁੰਦੀ ਹੈ ਵੀ ਦੱਸ ਭਲੇ ਮਾਨਸਾ ਤੂੰ ਐਡੀ ਦੂਰ ਤੁਰ ਕੇ ਆਏ ਹੈ, ਤੂੰ ਗੁਰੂ ਨੂੰ ਆ ਕੇ ਮੱਥਾ ਨਹੀਂ ਟੇਕਿਆ, ਮੰਗਣਾ ਸ਼ੁਰੂ ਕਰਤਾ ਹੈ। ਤੁਸੀਂ ਖਿਆਲ ਰੱਖਣਾ, ਆਦਤ ਭੈੜੀ ਪਈ ਹੋਏ ਛੁੱਟੇਗੀ ਬੜੀ ਦੇਰ ਨਾਲ, ਉਹ ਵੀ ਜੇ ਸਾਵਧਾਨ ਹੋ ਕੇ ਬਾਹਰ ਆ ਕੇ ਵੀ ਜਾ ਕੇ ਪਹਿਲਾਂ ਮੱਥਾ ਟੇਕਣਾ, ਨਹੀਂ ਤਾਂ ਭੁੱਲ ਜਾਣਾ। ਕਿਉਂਕਿ ਜਿਹੜੀ ਹੁਣ ਇੰਨੇ ਸਾਲਾਂ ਦੀ ਆਦਤ ਪਈ ਹੈ ਉਸ ਨੂੰ ਬਦਲਣਾ ਫਿਰ ਟਾਈਮ ਤਾਂ ਲੱਗਦੀ ਹੈ ਨਾ। ਕਦੇ ਜਿੱਦੇ ਯਾਦ ਆ ਗਈ ਉਹਦੇ ਮੱਥਾ ਟੇਕ ਦੋਗੇ, ਜਿੱਦੇ ਭੁੱਲ ਗਏ ਫਿਰ ਮੰਗਣਾ ਸ਼ੁਰੂ ਕਰ ਦੋ। ਖਿਆਲ ਰੱਖਣਾ ਹੈ। ਪਹਿਲਾਂ ਵੱਡਿਆਂ ਦਾ ਸਤਿਕਾਰ ਕਰੀਦਾ, ਉਹਨਾਂ ਆ ਕੇ ਬੁਲਾਈ ਦਾ, ਸਤਿ ਸ੍ਰੀ ਅਕਾਲ ਦਾ। ਪਰ ਆਪਣਾ ਗੁਰੂ ਮਹਾਰਾਜ ਆਪਾਂ ਮੱਥਾ ਟੇਕਦੇ ਹਾਂ। ਠੀਕ ਹੈ, ਸਦੀਆਂ ਤੋਂ ਰਿਵਾਜ਼ ਹੈ। ਵੱਡਿਆਂ ਨੂੰ ਮੱਥਾ ਟੇਕਿਆ ਜਾਂਦਾ, ਬਰਾਬਰਦਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਜਾਂਦੀ, ਛੋਟਿਆਂ ਨੂੰ ਪਿਆਰ ਕੀਤਾ ਜਾਂਦਾ। ਸੋ ਗੁਰੂ ਮਹਾਰਾਜ ਕਹਿੰਦੇ ਆਸਾ ਮਹਿਲਾ ਤੀਜਾ, ਕਰੈ ਅੰਦਰ ਸਭ ਵਥ ਹੈ, ਬਾਹਰ ਕਿਛ ਨਹੀਂ, ਗੁਰ ਪ੍ਰਸਾਦੀ ਪਾਈਐ, ਅੰਤਰ ਕਪਟ ਖੁਲਾਹੀ। ਕਪਟ ਬਹੁਵਚਨ ਦਰਵਾਜ਼ੇ। ਜੇ ਟੈਂਕ ਨੂੰ ਕਰਨਾ ਕਪਟ, ਫਿਰ ਤਾਂ ਇਹ ਬੰਦਾ ਕਪਟ ਕਰਦਾ ਜੀ, ਠੱਗੀ ਠੋਰੀ ਕਰਦਾ ਹੈ। ਕਪਟ ਦਰਵਾਜ਼ੇ ਖੁਲਾਹੀ, ਹਾਹੇ ਨੂੰ ਪਿਆਰੀ ਬਿੰਦੀ ਲਾ ਕੇ ਬੋਲਣਾ। ਘਰੇ ਅੰਦਰ ਸਭ ਵਥ ਹੈ, ਹਰ ਇੱਕ ਵਸਤੂ ਸਾਡੇ ਅੰਦਰ ਹੈ। ਆਮ ਬਾਣੀ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ। ਜੋ ਬ੍ਰਹਮੰਡ ਦੇ ਵਿੱਚ ਹੈ ਉਹ ਮਿਨੀਏਚਰ ਰੂਪ ਦੇ ਵਿੱਚ ਸਾਡੇ ਅੰਦਰ ਹੈ। ਜੋ ਬ੍ਰਹਮੰਡ ਦੇ ਵਿੱਚ ਹੈ, ਜਦੋਂ ਸਾਡੀ ਸੁਰਤ ਸੱਚਖੰਡ ਪਹੁੰਚਦੀ ਹੈ ਫਿਰ ਪਤਾ ਲੱਗਦਾ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਉਸ ਜਾ ਕੇ ਪਤਾ ਨਹੀਂ ਕਿੰਨੇ ਖੰਡ ਬ੍ਰਹਮੰਡ ਨੇ, ਪਤਾ ਹੀ ਨਹੀਂ ਕਿੰਨੇ। ਤਿੱਥੈ ਖੰਡ ਬ੍ਰਹਮੰਡ, ਅੰਤ ਹੀ ਕੋਈ ਨਹੀਂ, ਪਤਾ ਨਹੀਂ ਕਿੰਨੇ ਕਿੰਨੇ ਉੱਥੇ ਜਾ ਕੇ। ਹਾਂਜੀ, ਇਸ ਲਈ ਸਭ ਕੁਛ ਹੀ ਅੰਦਰ ਹੈ। ਹਰ ਇੱਕ ਚੀਜ਼ ਸਾਡੇ ਅੰਦਰ, ਬਾਹਰ ਕੁਛ ਨਹੀਂ, ਬਾਹਰ ਕੁਛ ਨਹੀਂ ਹੈ। ਕਹਿੰਦੇ ਹਾਂ, ਅਗਲੀ ਕਈ ਥਾਵਾਂ ਤੇ ਘਰੇ ਅੰਦਰ ਸਭ ਵਥ ਹੈ, ਬਾਹਰ ਕੁਛ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ ਆਉਂਦਾ ਕਈ ਥਾਵਾਂ ਤੇ। ਹਾਂਜੀ, ਤਾਂ ਅੰਦਰ ਸਭ ਕੁਛ ਹੈ। ਹੁਣ ਵੇਖੀਏ ਕਿਵੇਂ। ਅੱਗੇ ਦੱਸਦਾ ਗੁਰ ਪ੍ਰਸਾਦੀ ਪਾਈਐ, ਅੰਤਰ ਕਪਟ ਖੁਲਾਹੀ। ਜਦੋਂ ਅੰਦਰਲੇ ਦਰਵਾਜ਼ੇ ਖੁੱਲ੍ਹਦੇ ਨੇ ਫਿਰ ਗੁਰੂ ਨੇ ਸਭ ਕੁਛ ਪ੍ਰਾਪਤ ਹੁੰਦਾ ਵੀ ਹਾਂ ਮੈਂ ਜਿਸ ਚੀਜ਼ ਨੂੰ ਬਾਹਰੋਂ ਲੱਭਦਾ ਸੀ ਤਾਂ ਸਾਰਾ ਕੁਛ ਅੰਦਰ ਹੀ ਹੈ, ਤਾਂ ਸਾਰੇ ਕੁਛ ਅੰਦਰ ਹੀ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਹੁਣ ਆਪਣੇ ਕੋਲ ਹੈਗੇ 7-8 ਮਿੰਟ। ਹੁਣ ਆਪਾਂ ਜਿਹੜਾ ਹੈ ਸਿਮਰਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਘਰ 10 ਕੁ ਮਿੰਟ ਜਿਹੜਾ ਹੈ ਬੋਲ ਬੋਲ ਕੇ ਕਰਿਆ ਕਰੋ, ਫਿਰ ਆਪਣਾ ਮਨ ਚ ਉਸਰੇ ਕਰਨ ਸਿਮਰਨ ਉਸੇ ਤਰ੍ਹਾਂ ਕਰਨੇ। ਵਾਹਿਗੁਰੂ ਬੋਲਣ ਦੀ ਲੋੜ ਨਹੀਂ, ਹਾਂ ਅੰਦਰ ਸਵਾਸਾਂ ਨਾਲ ਸਿਮਰਨ ਕਰਦੇ ਰਹਿਣਾ। ਧਿਆਨ ਜਿਹੜਾ ਹੈ ਉਹ ਸਵਾਸ ਤੇ ਟਿਕਾ ਕੇ ਰੱਖਣਾ ਤਾਂ ਜੋ ਇੱਧਰ ਧਿਆਨ ਤੁਰ ਨਾ ਜਾਏ। ਹਾਂਜੀ, ਜਦੋਂ ਹੀ ਉਹ ਵਾਵਾ ਹਾ ਗੱਗਾ ਰਾਰੇ ਤੋਂ ਧਿਆਨ ਇੱਧਰ ਗਿਆ ਨਾ, ਉਹ ਕਿਤੇ ਹੋਰ ਫਿਰ ਜਾ ਮੁੜ ਕੇ ਫਿਰ ਲਿਆਉਣਾ। ਧਿਆਨ ਹੀ ਅਸੀਂ ਸਾਰੀ ਪ੍ਰਾਪਤੀ ਧਿਆਨ ਨੇ ਕਰਾਉਣੀ। ਖਿਆਲ ਰੱਖਣਾ ਬਸ ਇਸ ਗੱਲ ਦਾ। ਧਿਆਨ ਕਿਸੇ ਚੀਜ਼ ਤੇ ਵੀ ਟਿਕਾ ਦਿਓ। ਇੱਕ ਵਾਰੀ ਮੈਂ ਇੱਕ ਲੜਕੀ ਨੂੰ ਕਿਹਾ, ਮੈਂ ਆਪਣਾ ਛੋਟਾ ਜਿਹਾ ਸਟੂਲ ਲੈ ਲਾ, ਉਹਦੇ ਤੇ ਗੁਰੂ ਨਾਨਕ ਦੀ ਫੋਟੋ ਰੱਖ ਲਈ। ਗੁਰੂ ਨਾਨਕ ਦੀ ਫੋਟੋ ਵੱਲ ਵੇਖੀ ਜਾਈ, ਅੱਖਾਂ ਟੱਡੀਆਂ ਵੇਖੀ ਜਾਈ, ਰੋਜ਼ 40 ਮਿੰਟ ਵੇਖੀ ਜਾਣਾ ਹੈ। ਮੈਂ ਫਿਰ ਕੋਈ ਦਿਨਾਂ ਬਾਅਦ ਤੂੰ ਦੱਸੀ ਮੈਨੂੰ, ਕਹਿ ਜੀ ਇੱਕ ਦਿਨ ਆਏ, ਕਹਿ ਜੀ ਫੋਟੋ 'ਚ ਤਿੜ ਦੀ ਆਵਾਜ਼ ਆਉਂਦੀ ਹੈ। ਮੈਂ ਬੜਾ ਕੁਛ ਹੋਏਗਾ। ਹਾਂਜੀ, ਫਿਰ ਕਹਿੰਦੇ ਐਂ ਲੱਗਦੀ ਹੈ ਵੀ ਹਾਂ ਜੇ ਜਿਹੜਾ ਹੈ ਵਿੱਚੋਂ ਚਮਕ ਆਉਂਦੀ ਹੈ, ਕਦੇ ਐਂ ਚਮਕਦੀ, ਕਦੇ ਫੋਟੋ ਇਸ ਤਰ੍ਹਾਂ। ਮੈਂ ਲੱਗੀ ਰਿਹਾ ਕਿ ਉਹ ਧਿਆਨ ਹੈ, ਇੱਕੋ ਥਾਂ ਤੇ ਟਿਕਿਆ ਹੋਇਆ ਹੈ। ਗੱਲ ਸਾਰੀ ਧਿਆਨ ਦੀ ਹੈ। ਇਸ ਲਈ ਜਦੋਂ ਹੁਣ ਸਿਮਰਨ ਕਰਨਾ ਹੈ, ਵਾਹਿਗੁਰੂ ਅੰਦਰ ਖਿਆਲ ਕਰਨਾ ਉਸਦਾ, ਔਰ ਜਿੰਨਾ ਸਾਹ ਨਾਲ ਜਾਵੇਗਾ ਨਾ, ਉਹਨੂੰ ਉਨੀ ਤੁਹਾਨੂੰ ਆਪਣੀ ਆਵਾਜ਼ ਉੱਚੀ ਸੁਣਾਈ ਦੇਵੇਗੀ। ਇਹ ਵੀ ਖਿਆਲ ਤੁਸੀਂ ਰੱਖਿਓ। ਜੇ ਧਿਆਨ ਬਿਲਕੁਲ ਵਿਚਾਲੇ ਨੂੰ ਜਾ ਰਿਹਾ ਨਾ, ਤੁਹਾਨੂੰ ਆਪਣੀ ਆਵਾਜ਼ ਹੌਲੀ ਸੁਣੇਗੀ। ਜਦੋਂ ਧਿਆਨ ਨਾਲ ਛਾਤੀ ਦੇ ਨਾਲ ਮੱਥੇ ਦੇ ਨਾਲ ਅੰਦਰ ਜਾ ਰਿਹਾ ਹੈਗਾ, ਤਾਂ ਜਿਹੜਾ ਹੈ ਉਹ ਤੁਹਾਨੂੰ ਐਂ ਲੱਗੇ ਤੇ ਬੜਾ ਉੱਚੀ ਬੋਲ ਰਹੇ ਹੋ। ਵਾਹਿਗੁਰੂ ਉੱਚੀ ਬੋਲੋ, ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਰੂ 'ਚ YouTube ਤੇ ਘੱਟ ਵੇਖਦੇ ਸੀ, ਹੁਣ ਬਹੁਤ ਸਾਰੇ YouTube ਤੇ ਵੇਖਣ ਲੱਗ ਗਏ ਨੇ। YouTuber ਨਾਲ ਆਪਣੀ ਐਡਵਰਟਾਈਜ਼ਮੈਂਟ ਦੇਣ ਲੱਗ ਪਏ ਨੇ। ਜਦੋਂ ਥੋੜੇ ਵੇਖਦੇ ਉਦੋਂ ਨਹੀਂ ਸੀ ਐਡਵਰਟਾਈਜ਼ਮੈਂਟ ਦਿੰਦੇ, ਹੁਣ ਆਪਣੀ ਨਾਲ ਐਡਵਰਟਾਈਜ਼ਮੈਂਟ ਦੇਣ ਲੱਗਦੇ ਨੇ ਵੀ ਜਿਹੜਾ ਕਥਾ ਸੁਣੂਗਾ ਆ ਸਾਡਾ ਵੇਖ ਲਏਗਾ। ਉਹ ਫਿਰ ਕਿਉਂ ਸਾਡਾ ਮੁਫਤ ਹੀ ਜਾ ਰਹੇ ਨੇ, ਹਾਲਾਂਕਿ ਇਹ ਮੁਫਤ ਹੀ ਹੈ, ਅਸੀਂ ਆਪਣਾ ਹੀ ਫਾਇਦਾ ਉਠਾ ਲੈਣਾ। ਤਾਂ ਸੋ ਇਸ ਕਰਕੇ ਕਿਉਂਕਿ ਦੇਸਾਂ ਵਿਦੇਸਾਂ ਦੇ ਕਈ ਵਾਰ ਟੈਲੀਫੋਨ ਹੁੰਦੇ ਨੇ, ਕਈਆਂ ਨੂੰ ਬਹੁਤ ਪਸੰਦ ਹੈ, ਕਹਿੰਦੇ ਬਹੁਤ ਅੱਛਾ ਕੀਤਾ ਜੀ, ਇਹਦਾ ਟਾਈਮ 'ਚ ਪਾਇਆ ਕਰ। ਹੌਲੀ ਹੌਲੀ ਫਿਰ ਸਾਨੂੰ ਆਦਤ ਪੈ ਜਾਏਗੀ। ਇੱਕ ਵਾਰੀ ਆਦਤ ਪੈ ਗਈ, ਸਾਰਾ ਸਟਾਈਲ ਸਮਝ ਗਿਆ, ਫਿਰ ਬੰਦਾ ਲੱਗਾ ਰਹਿੰਦਾ। ਨਾਲੇ ਫਿਰ ਆਤਮਿਕ ਤਰੱਕੀ ਹੌਲੀ ਕਿਉਂ ਜਿੰਨੇ ਤੁਸੀਂ ਮਿੰਟ ਕਰਦੇ ਹੋ ਤੁਹਾਡਾ ਧਿਆਨ ਬਹੁਤ ਇੱਥੇ ਟਿਕਿਆ ਰਹਿੰਦਾ ਹੈ। ਉਹ ਧਿਆਨ ਕਰਕੇ ਹੀ ਪ੍ਰਾਪਤੀ ਹੁੰਦੀ ਹੈ ਛੇਤੀ। ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।